हाँ जी विद्यार्थियों, सारिਆਂ ਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਪੰਜਾਬੀ ਸਾਹਿਤ ਦੀ ਆਪਣੀ ਜਿਹੜੀ ਜਮਾਤ ਹੈ ਉਹਦੇ ਵਿੱਚ ਡਾਕਟਰ ਭਾਈ ਵੀਰ ਸਿੰਘ ਦੇ ਬਾਰੇ ਗੱਲ ਕਰ ਰਹੇ ਸੀ। ਡਾਕਟਰ ਭਾਈ ਵੀਰ ਸਿੰਘ ਜਿਹੜਾ ਆਪਣਾ ਟੌਪਿਕ ਹੈ ਉਹ ਬੇਟਾ ਜੀ 10ਵੀਂ ਵਾਲੀ ਜਮਾਤ ਵਿੱਚ ਵੀ ਦਿੱਤਾ ਹੋਇਆ, 12ਵੀਂ ਵਾਲੀ ਦੇ ਵਿੱਚ ਵੀ ਦਿੱਤਾ ਹੋਇਆ ਅਤੇ ਉਸ ਤੋਂ ਬਾਅਦ ਸਾਡੀ BA ਵਾਲੀ ਇਹ ਜਿਹੜੀ ਬੁੱਕ ਹੈ ਜਿਹੜੀ ਨਵੇਂ ਦਿਸਦੇ ਉਹਦੇ ਵਿੱਚ ਦਿੱਤਾ ਹੋਇਆ। ਸੋ ਉਹਦੇ ਵਿੱਚ ਆਪਾਂ ਡਾਕਟਰ ਭਾਈ ਵੀਰ ਸਿੰਘ ਜੀ ਦੀਆਂ ਜਿੰਨੀਆਂ ਵੀ ਕਵਿਤਾਵਾਂ, ਇੱਕ ਤਾਂ ਉਹਨਾਂ ਦੀ ਆਪਾਂ ਆਲੋਚਨਾਤਮਕ ਵਿਆਖਿਆ ਕਰਨੀ ਹੈ, ਇੱਕ ਡਾਕਟਰ ਭਾਈ ਵੀਰ ਸਿੰਘ ਜੀ ਦੇ ਜੀਵਨ ਬਾਰੇ ਦਿੱਤਾ ਹੋਇਆ ਅਖੀਰਲੇ ਜੇ ਪੇਜਾਂ ਦੇ ਵਿੱਚ ਦਿੱਤਾ ਹੋਇਆ। 115 ਨੰਬਰ ਪੇਜ ਆ ਆਪਣੀ BA ਵਾਲੀ ਜਿਹੜੀ ਬੁੱਕ ਹੈ। BA ਵਾਲੀ ਬੁੱਕ ਮੰਨ ਲਓ ਕਿਸੇ ਨੂੰ ਨਹੀਂ ਮਿਲ ਰਹੀ ਤਾਂ ਮੈਂ ਤੁਹਾਨੂੰ ਵਾਰੀ ਦੱਸੀ ਜਾਂਦਾ ਵੀ ਕਾਲੜਾ ਬੁੱਕ ਸ਼ਾਪ ਹੈ ਜਿਹੜੀ ਗੰਗਾ ਨਗਰ, ਉਹਦੇ ਨਾਲ ਹੀ ਹੈ ਕਾਲੜਾ STD, 2 ਦੁਕਾਨਾਂ ਛੱਡ ਕੇ ਕਾਲੜਾ STD। ਉਹਨਾਂ ਨੇ ਬੜੀ ਸ਼ਾਨਦਾਰ PDF ਬਣਾ ਰੱਖੀਆਂ ਇਹਦੀਆਂ, ਪ੍ਰਿੰਟ ਕਢਵਾ, ਬੜੇ ਸੋਹਣੇ ਪ੍ਰਿੰਟ ਕੱਢ ਰੱਖੇ ਆ, ਉਹ ਤੁਸੀਂ ਲੈ ਆਇਓ। ਬਸ ਉੱਥੋਂ ਆਪਣਾ ਕੰਮ ਉਹੀ ਆ ਫਿਰ, ਕਿਉਂਕਿ ਲੈ ਦੇ ਕੇ ਆਪਣੇ ਕੋਲ ਉਹੀ ਰਹਿ ਜਾਂਦੀ ਹੈ। ਜਿਹੜੇ ਨੇੜੇ ਵਿਦਿਆਰਥੀ ਆ ਕਮ ਸੇ ਕਮ ਉਹ ਤਾਂ ਉੱਥੋਂ ਲੈ ਆਉਣ, ਸਾਰੀਆਂ ਦੀਆਂ ਸਾਰੀਆਂ ਮਿਲ ਜਾਣਗੀਆਂ, ਕਿਤੇ ਭੱਜਣ ਦੀ ਲੋੜ ਨਹੀਂ ਤੁਹਾਨੂੰ। ਧਿਆਨ ਰੱਖਿਓ, ਮੈਂ ਤੁਹਾਨੂੰ ਵਾਰੀ ਕਹਿੰਦਾ ਰਹਿੰਦਾ, ਪੰਜਾਬੀ ਦੀਆਂ ਬੁੱਕ ਹੈ ਜਿਹੜੀਆਂ ਇਹ ਓਰੀਜਨਲ ਤੁਹਾਨੂੰ ਹੋ ਸਕਦਾ ਕਿਤੋਂ ਨਾ ਮਿਲਣ। ਜਿਹਦੇ ਕੋਲ ਹੈਗੀਆਂ ਉਹਨਾਂ ਵਾਸਤੇ ਉਹਨਾਂ ਨੂੰ ਸ਼ਾਬਾਸ਼ ਹੈ, ਅਤੇ ਪਰ ਜਿਨ੍ਹਾਂ ਕੋਲ ਨਹੀਂ ਹੈਗੀਆਂ ਮੈਟਰ ਇਹ ਹੈ ਨਹੀਂ ਗਾ ਉਹਨਾਂ ਨੂੰ, ਕਿਉਂਕਿ ਆਪਣੇ ਕੋਲ ਤਾਂ ਦੇਖੋ ਮੈਂ ਤਾਂ ਇਹਨੂੰ 12-13 MB ਤੋਂ ਉੱਤੇ ਬਣਾ ਨਹੀਂ ਸਕਦਾ। ਜੇ ਉੱਤੇ ਬਣਾਉਣਾ ਤਾਂ ਨਾ ਇਹ Gmail ਹੁੰਦੀ ਹੈ, ਨਾ ਇਹ WhatsApp 'ਚ, ਨਾ ਆਪਣੀ ਐਪ ਦੇ ਵਿੱਚ ਹੀ ਡਾਊਨਲੋਡ ਹੁੰਦੀ ਹੈ। ਫਿਰ ਦਿੱਕਤ ਆ ਜਾਂਦੀ ਹੈ, ਤੁਹਾਨੂੰ ਵਾਰੀ ਪਰੇਸ਼ਾਨੀ ਆਉਂਦੀ ਹੈ, ਵਾਰੀ ਮੈਸੇਜ ਕਰਦੇ ਹੋ ਤਾਂ ਉਹਦੇ ਬਜਾਏ ਕੀ ਹੈ ਵੀ ਤੁਸੀਂ ਇੱਕੇ ਵਾਰੀ ਉੱਥੇ ਜਾਓ। ਉਹਨਾਂ ਨਾਲ ਮੈਂ ਗੱਲ ਵੀ ਕਰ ਰੱਖੀ ਹੈ, ਉਹ ਹੱਥੋਂ ਹੱਥੀ ਉੱਥੇ ਤੁਹਾਨੂੰ PDF ਬਣਾ ਕੇ ਵਧੀਆ ਦੇ ਦੇਣਗੇ, ਕੋਈ ਇਸ਼ੂ ਨਹੀਂ, ਐਕਸਟਰਾ ਹੀ ਮਿਲੂਗਾ ਤੁਹਾਨੂੰ ਉੱਥੋਂ ਮੈਟਰ। ਹਾਂਜੀ, ਭਾਈ ਵੀਰ ਸਿੰਘ ਜੀ ਬਾਰੇ ਗੱਲ ਕਰਦੇ ਹਾਂ। 1872 ਤੋਂ 1957 ਦੇ ਰੱਖਿਆ ਜੀ, ਜਨਮ ਦਿੱਤਾ ਹੋਇਆ ਭਾਈ ਵੀਰ ਸਿੰਘ ਦੀ ਨਾਲ ਆਧੁਨਿਕ ਪੰਜਾਬੀ ਸਾਹਿਤ ਦਾ ਆਰੰਭ ਹੁੰਦਾ ਹੈ। BA ਵਾਲੀ ਬੁੱਕ ਦੇ ਵਿੱਚ ਜਿਹੜੀ ਗੱਲ ਲਿਖੀ ਆ ਉਹਨੂੰ ਫਾਈਨਲ ਕਲੀਅਰ ਰੱਖਣਾ ਤੁਸੀਂ। ਮੈਂ ਤੁਹਾਨੂੰ ਦੱਸਿਆ ਵੀ ਜੋ ਗੱਲਾਂ ਸਾਡੀਆਂ RBSE ਦੀ ਬੁੱਕ ਦੇ ਵਿੱਚ ਦਿੱਤੀਆਂ ਹੋਈਆਂ ਜਾਂ ਜੋ ਗੱਲਾਂ ਸਾਡੀ BA ਵਾਲੀ ਬੁੱਕ ਦੇ ਵਿੱਚ ਦੇ ਰੱਖੀਆਂ ਉਹਨਾਂ ਨੂੰ ਆਧਾਰ ਬਣਾਉਣਾ, ਤੁਸੀਂ ਆਧਾਰ ਮੰਨਣਾ। ਹੋ ਸਕਦਾ ਮੈਂ ਆਪਣੇ ਨੋਟਸਾਂ ਦੇ ਵਿੱਚ ਕੋਈ ਨਾ ਕੋਈ ਸਨ ਜਾਂ ਕੋਈ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਜਿਹਦੇ ਵਿੱਚ ਕੋਈ ਲੇਖਕ ਕਵੀ ਦਾ ਨਾਮ ਗਲਤ ਲਿਖਿਆ ਗਿਆ ਹੋਵੇ ਬਾਏ ਮਿਸਟੇਕ, ਉਸ ਨੂੰ ਤੁਸੀਂ ਦਰੁਸਤ ਕਰਨਾ ਹੈ। ਇਹ ਤੁਹਾਡੀ ਰਿਸਪੌਂਸੀਬਿਲਿਟੀ, ਜ਼ਿੰਮੇਵਾਰੀ ਹੈ, ਰਿਸਪੌਂਸੀਬਿਲਿਟੀ ਹੈ ਤੁਹਾਡੀ ਇਹ। ਅਤੇ ਉਹਨੂੰ ਦਰੁਸਤ ਕਿਵੇਂ ਕਰਨਾ ਹੈ, ਇਹ BA ਦੀਆਂ ਪੁਸਤਕ ਨੂੰ ਜਾਂ 12ਵੀਂ ਜਾਂ 10ਵੀਂ 11ਵੀਂ ਦੀਆਂ ਪੁਸਤਕਾਂ ਨੂੰ ਆਧਾਰ ਬਣਾ ਕੇ ਇਹਨਾਂ ਦੇ ਵਿੱਚ ਜੋ ਸਹੀ ਆ ਉਹਨੂੰ ਸਹੀ ਮੰਨਣਾ ਹੈ ਤੁਸੀਂ। ਜਨਮ 5 ਦਸੰਬਰ 1872 ਅੰਮ੍ਰਿਤਸਰ ਵਿਖੇ, ਪਿਤਾ ਜੀ ਦਾ ਨਾਮ ਡਾਕਟਰ ਚਰਨ ਸਿੰਘ, ਦੇਹਾਂਤ ਹੋਇਆ ਜੀ 10 ਜੂਨ 1957 ਦੇ ਵਿੱਚ। ਹਾਂਜੀ, ਟੀਕਾਕਾਰੀ ਕੀਤੀ ਹੈ। ਟੀਕਾਕਾਰੀ ਦਾ ਮਤਲਬ ਹੁੰਦਾ ਜਿਵੇਂ ਮੰਨ ਲਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਲਿਖਣੇ, ਉਸ ਨੂੰ ਕਿਹਾ ਜਾਂਦਾ ਹੈ ਟੀਕਾਕਾਰੀ। ਟੀਕਾ ਸੰਪਾਦਨਾ ਕਰਨੀ, ਐਡੀਟਿੰਗ, ਗਲਪ ਰਚਨਾ, ਜੀਵਨੀ ਲਿਖਣ ਆਦਿ ਦੇ ਨਾਲ ਕਾਵਿ ਦੇ ਖੇਤਰ ਵਿੱਚ ਵੀ ਬੜਾ ਯੋਗਦਾਨ ਕੀਤਾ ਹੈ। ਪੁਰਾਤਨ ਜਨਮ ਸਾਖੀ ਅਤੇ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਸੰਪਾਦਨ ਕੀਤਾ ਹੈ ਜੀ। ਪੁਰਾਤਨ ਜਨਮ ਸਾਖੀ ਦਾ ਜਿਹੜਾ ਸੰਪਾਦਨ ਹੈ ਇਹ ਭਾਈ ਵੀਰ ਸਿੰਘ ਜੀ ਵੱਲੋਂ ਕੀਤਾ ਗਿਆ ਸੀਗਾ। ਪੁਰਾਤਨ ਜਨਮ ਸਾਖੀ ਉਹ ਜਨਮ ਸਾਖੀ ਹੈ ਜਿਹਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਸੰਬੰਧੀ ਸਾਖੀਆਂ ਹਨ। ਪੁਰਾਤਨ ਜਨਮ ਸਾਖੀ ਇਹਦੇ ਵਿੱਚ ਵੀ ਤੁਹਾਨੂੰ ਬਕਾਇਦਾ ਇੱਕ ਜਦੋਂ ਵਾਰਤਕ ਪੜ੍ਹਾਂਗੇ ਆਪਾਂ ਉਦੋਂ ਤੁਹਾਨੂੰ ਵੀਡੀਓ ਮਿਲੂਗੀ ਵੀ ਜਿਹਦੇ ਵਿੱਚ ਜਨਮ ਸਾਖੀਆਂ ਬਾਰੇ, ਉਹਦੇ ਵਿੱਚ ਤੁਹਾਡੀਆਂ ਸਾਰੀਆਂ ਗੱਲਾਂ ਕਲੀਅਰ ਹੋ ਜਾਣਗੀਆਂ। ਜਿਹਨੇ ਜਨਮ ਸਾਖੀਆਂ ਬਾਰੇ ਆਪਣੀ ਗੱਲ ਪਹਿਲਾਂ ਕਲੀਅਰ ਕਰਨੀ ਹੈ, 11ਵੀਂ ਵਾਲੀ ਬੁੱਕ ਦੇ ਵਿੱਚ ਵਾਰਤਕ ਵਾਲਾ ਜਿਹੜਾ ਸਾਹਿਤ ਆ ਉਹਦੇ ਵਿੱਚ ਪੁਰਾਤਨ ਜਨਮ ਸਾਖੀਆਂ ਦੇ ਰੱਖੀਆਂ, ਜਨਮ ਸਾਖੀਆਂ ਬਾਰੇ। ਆਪ ਜੀ ਦੇ ਚਮਤਕਾਰ, ਸਿੱਖ ਗੁਰੂ ਸਾਹਿਬਾਨ ਦੀਆਂ ਜੀਵਨੀਆਂ, ਸੁੰਦਰੀ, ਵਿਜੈ ਸਿੰਘ, ਸਤਵੰਤ ਕੌਰ, ਸੁਭਾਗ ਜੀ ਦਾ ਸੁਧਾਰ, ਬਾਬਾ ਨੌਧ ਸਿੰਘ, ਇਹ ਜਿਹੜੀਆਂ ਭਾਈ ਵੀਰ ਸਿੰਘ ਜੀ ਦੀਆਂ ਗਲਪ ਰਚਨਾਵਾਂ ਹਨ। ਰਾਣਾ ਸੂਰਤ ਸਿੰਘ 1905 ਦੇ ਵਿੱਚ ਲਿਖਿਆ ਗਿਆ ਮਹਾਕਾਵ ਹੈ। ਰਾਣਾ ਸੂਰਤ ਸਿੰਘ ਦਾ ਸਨ ਲਿਖਿਆ ਵਾ 1905। ਧਿਆਨ ਰੱਖਿਓ, ਪ੍ਰਸ਼ਨ ਬਣਦਾ ਮਹਾਕਾਵ ਹੈ। ਰਾਣੀ ਰਾਜ ਕੌਰ ਨੂੰ ਆਪਣੇ ਸਵਰਗਵਾਸੀ ਪਿਤਾ ਦੇ ਮੋਹ ਵਿੱਚੋਂ, ਸਵਰਗਵਾਸੀ ਪਤੀ ਦੇ ਮੋਹ ਵਿੱਚੋਂ ਕੱਢ ਕੇ ਹਰੀ ਸਿਮਰਨ ਤੇ ਧਿਆਨ ਵੱਲ ਲਾਉਣ ਦੀ ਕਥਾ ਹੈ। ਪ੍ਰਸ਼ਨ 2 ਬਣਦੇ ਆ, ਇੱਕ ਤਾਂ ਰਾਣਾ ਸੂਰਤ ਸਿੰਘ ਮਹਾਕਾਵ ਦੀ ਰਚਨਾ ਕਦੋਂ ਹੋਈ ਜੀ? 1905 ਦੇ ਵਿੱਚ। ਇਹ ਤਾਂ ਤੁਹਾਨੂੰ ਪਤਾ ਹੀ ਹੈ ਵੀ ਭਾਈ ਵੀਰ ਸਿੰਘ ਜੀ ਨੇ ਕੀਤੀ ਹੈ, ਰਾਣਾ ਸੂਰਤ ਸਿੰਘ। ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਰਾਣਾ ਸੂਰਤ ਸਿੰਘ ਮਹਾਕਾਵ, ਉਹਦੇ ਵਿੱਚ ਕਥਾ ਕਿਹਦੀ ਦਿੱਤੀ ਗਈ ਹੈ ਜੀ? ਰਾਣੀ ਰਾਜ ਕੌਰ ਦੀ।
ਸਿਰਖੰਡੀ ਛੰਦ ਦੇ ਪ੍ਰਯੋਗ ਦੇ ਨਾਲ ਇਸ ਪੁਸਤਕ ਵਿੱਚ ਭਾਸ਼ਾ ਦੇ ਸੁੰਦਰ ਪ੍ਰਯੋਗ ਵੀ ਪ੍ਰਸ਼ੰਸਾਯੋਗ ਹਨ। ਕਿਹੜੇ ਛੰਦ ਦੀ ਵਰਤੋਂ ਕੀਤੀ ਗਈ ਹੈ ਇਹ ਮਹਾਕਾਵਿ ਨੂੰ ਲਿਖਣ ਵਾਸਤੇ? ਸਿਰਖੰਡੀ ਛੰਦ ਤੁਹਾਨੂੰ ਦੱਸਿਆ ਹੋਇਆ। ਜਦੋਂ ਆਪਾਂ ਵਾਰ ਕਾਵਿ ਪੜ੍ਹਿਆ ਸੀ ਉਦੋਂ ਆਪਾਂ ਚੰਡੀ ਦੀ ਵਾਰ ਪੜ੍ਹੀ ਸੀਗੀ, ਉਹਦੇ ਵਿੱਚ ਸਿਰਖੰਡੀ ਛੰਦ, ਨਾਦਰ ਸ਼ਾਹ ਦੀ ਵਾਰ, ਇਹਨਾਂ ਵਾਰਾਂ ਦੇ ਵਿੱਚ ਨਿਸ਼ਾਨੀ ਤੇ ਸਿਰਖੰਡੀ ਦੋ ਛੰਦ ਵਰਤੇ ਗਏ, ਜਿਹਦੇ ਵਿੱਚੋਂ ਸਿਰਖੰਡੀ ਛੰਦ ਇੱਥੇ, ਸਿਰਖੰਡੀ ਛੰਦ ਦਾ ਨਾਮ ਇੱਥੇ ਫੇਰ ਆ ਗਿਆ ਵੀ ਡਾਕਟਰ ਭਾਈ ਵੀਰ ਸਿੰਘ ਜੀ ਨੇ ਰਾਣਾ ਸੂਰਤ ਸਿੰਘ ਮਹਾਕਾਵਿ ਜਿਹੜਾ ਲਿਖਿਆ ਉਹ ਸਿਰਖੰਡੀ ਛੰਦ ਦੇ ਵਿੱਚ ਲਿਖਿਆ। ਲਹਿਰਾਂ ਦੇ ਹਾਰ 1921 ਸਨ ਚੇਤੇ ਰੱਖਣੇ ਆ, ਮਟਕ ਹੁਲਾਰੇ 1924, ਬਿਜਲੀਆਂ ਦੇ ਹਾਰ 1927, ਜਿਹੜੀਆਂ ਕਾਵਿ ਰਚਨਾਵਾਂ ਦੇ ਸਨ ਦੇ ਰੱਖਿਆ ਉਹਨਾਂ ਦੇ ਯਾਦ ਰੱਖਣੇ ਆ, ਉਹਨਾਂ ਦੇ ਵਿੱਚੋਂ ਹੀ ਪ੍ਰਸ਼ਨ ਪੁੱਛੂਗਾ ਉਹ, ਉਸ ਤੋਂ ਬਾਹਰ ਨਹੀਂ ਜਾਊਗਾ। ਜਿਵੇਂ ਪ੍ਰੀਤ ਵੀਣਾ ਕੰਬ ਦੀ ਕਲਾਈ ਦੇ ਇੱਥੇ ਨਹੀਂ ਦੇ ਰੱਖੇ ਸਨ, ਕੰਤ ਮਹੇਲੀ ਦਾ 12 ਮਾਹ, ਮੇਰੇ ਸਾਈਆਂ ਜੀਓ 1953 ਦੇ ਰੱਖਿਆ। ਇਹ ਜਿਹੜੀਆਂ ਬਹੁਤ ਚਰਚਿਤ ਕਾਵਿ ਰਚਨਾਵਾਂ ਹੈ ਜੀ। ਕਈਆਂ ਨੇ ਤਾਂ ਹੁਣ ਜਿਵੇਂ ਅਗਲੀ ਆਪਣੀ ਜਮਾਤ ਹੋਊਗੀ ਉਹਦੇ ਵਿੱਚ ਤੁਹਾਨੂੰ ਦੱਸਿਆ ਜਾਊਗਾ ਵੀ ਭਾਈ ਵੀਰ ਸਿੰਘ ਜੀ ਨੂੰ ਪੰਜਾਬੀ ਦਾ ਵਰਡਸਵਰਥ ਕਿਹਾ ਜਾਂਦਾ। ਕਿਹਨੇ ਕਿਹਾ? ਗੁਰਮਤਿ ਦਾ ਵਿਆਖਿਆਕਾਰ, ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ, ਆਧੁਨਿਕ ਪੰਜਾਬੀ ਕਾਵਿ ਦਾ ਪਿਤਾਮਾ, ਜੀਵ ਪਰਮਾਤਮਾ ਪ੍ਰਕਿਰਤੀ ਸਿੱਖ ਵਿਚਾਰਧਾਰਾ ਆਪ ਜੀ ਦੇ ਕਾਵਿ ਪ੍ਰੇ ਵਿਸ਼ੇ ਹਨ। ਆਪਾਂ ਨੂੰ ਪਤਾ ਹੈ ਵੀ ਵੈਸੇ ਤਾਂ ਭਾਈ ਵੀਰ ਸਿੰਘ ਜੀ ਦਾ ਪ੍ਰਿਆ ਵਿਸ਼ਾ ਜਿਹੜਾ ਉਹ ਹੈਗਾ ਪ੍ਰਕਿਰਤੀ ਤੇ ਪ੍ਰਮਾਤਮਾ, ਪਰ ਇੱਥੇ BA ਵਾਲੀ ਬੁੱਕ ਦੇ ਵਿੱਚ 4 ਨਾਮ ਲਿਖੇ, ਇੱਕ ਜੀਵ, ਇੱਕ ਪ੍ਰਮਾਤਮਾ, ਇੱਕ ਪ੍ਰਕਿਰਤੀ ਤੇ ਇੱਕ ਸਿੱਖ ਵਿਚਾਰਧਾਰਾ। ਛੰਦ ਪ੍ਰਯੋਗਾਂ ਵਿੱਚ ਕਿਹੜੇ ਛੰਦਾਂ ਦੀ ਵਰਤੋਂ ਕੀਤੀ ਹੈ? ਜ਼ਿਆਦੀ ਸੋਰਠਾ, ਦਵਈਆ ਤੇ ਸਿਰਖੰਡੀ ਜ਼ਿਆਦਾ ਵਰਤੇ ਹਨ। ਬਾਕੀ ਵੀ ਛੰਦ ਵਰਤੇ ਹੈ ਪਰ ਸਭ ਤੋਂ ਜ਼ਿਆਦਾ ਕਿਹੜੇ ਵਰਤੇ ਹੈ? 3 ਛੰਦਾਂ ਦੇ ਨਾਮ ਦਿੱਤੇ ਹੋਏ ਆ, ਯਾਦ ਰੱਖਣੇ ਆ, ਸੋਰਠਾ, ਦਵਈਆ ਤੇ ਸਿਰਖੰਡੀ। ਰੁਬਾਈ ਜਾਂ ਤੁਰਿਆਈ, ਰੁਬਾਈ ਗਜ਼ਲ ਲਿਖਣ ਦਾ ਇੱਕ ਤਰੀਕਾ ਹੁੰਦਾ, ਉਸ ਨੂੰ ਕਿਹਾ ਜਾਂਦਾ ਰੁਬਾਈ। 4 ਜਿਹਦੇ ਵਿੱਚ ਪੰਕਤੀਆਂ ਵਾਲੀ ਇੱਕ ਗਜ਼ਲ ਲਿਖੀ ਜਾਂਦੀ ਹੈ, ਰੁਬਾਈ ਜਾਂ ਤੁਰਿਆਈ। ਰੁਬਾਈ ਦਾ ਦੂਸਰਾ ਨਾਮ ਤੁਰਿਆਈ ਵੀ ਹੈ। ਗੀਤ, ਚੌਬਰਗੇ, ਜਿਹੜੀਆਂ ਇਹ ਜਿਹੜੇ ਹੈਗੇ ਆ ਲਿਖਣ ਦੇ ਢੰਗ ਹੈ ਜਿਹੜੇ, ਇਹਨਾਂ ਦੀ ਵਰਤੋਂ ਕੀਤੀ ਹੈ। ਪੰਜਾਬੀ ਕਾਵਿ ਨੂੰ ਫਰਸ਼ਾਂ ਤੋਂ ਅਰਸ਼ਾਂ ਤੱਕ ਅਪਣਾਉਣ ਦੀ ਸਮਰੱਥਾ ਕੀਤੀ। ਕਵਿਤਾ ਨੂੰ ਕੀ ਕਿਹਾ ਹੈ ਭਾਈ ਵੀਰ ਸਿੰਘ ਜੀ ਨੇ? ਉੱਚੇ ਨਛੱਤਰੀ ਵਸਦੀ, ਨਛੱਤਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਹਿੰਦੀ ਦੇ ਵਿੱਚ ਨਕਸ਼ਤਰ, ਗ੍ਰਹਿ ਨਕਸ਼ਤਰ ਕਹਿੰਦੇ ਆ ਨਾ ਆਪਾਂ। ਕਵਿਤਾ ਨੂੰ ਕੀ ਕਿਹਾ ਹੈ ਜੀ? ਉਸ ਨੂੰ ਕਿਹਾ ਹੈ, ਕਵਿਤਾ ਨੂੰ ਉੱਚੇ ਨਛੱਤਰੀ ਵਸਦੀ ਕਿਹਾ ਹੈ। ਯਾਦ ਰੱਖਿਓ ਇਸ ਗੱਲ ਨੂੰ। ਇਹ ਇੱਕ ਜਿਹੜਾ ਭਾਈ ਵੀਰ ਸਿੰਘ ਜੀ ਵੱਲੋਂ ਜਿਹੜੀ ਟੂਕ ਦਿੱਤੀ ਗਈ ਆ, ਹੋਸ਼ਾਂ ਨਾਲੋਂ ਮਸਤੀ ਨੂੰ ਚੰਗੇਰੀ ਮੰਨ ਕੇ ਮਾਨਵ ਨੂੰ ਟਿਕਾਣੇ ਨਾਲ ਜੁੜੇ ਰਹਿਣ ਦਾ ਉਪਦੇਸ਼ ਦਿੱਤਾ। ਆ ਨੋਰਮਲ ਗੱਲ ਹੈ, ਆ ਬਿਲਕੁਲ ਕੰਮ ਦੀ ਗੱਲ ਹੈ। ਜਿਹੜੀ ਮੈਂ ਬਾਅਦ 'ਚ ਪੜ੍ਹੀ ਆ ਉਹ ਨੋਰਮਲ ਆ, ਜਿਹੜੀ ਪਹਿਲਾਂ ਪੜ੍ਹੀ ਹੈ ਕਵਿਤਾ ਨੂੰ ਉੱਚੇ ਨਛੱਤਰੀ ਵਸਦੀ ਕਿਹਾ ਹੈ, ਇਹ ਬਹੁਤ ਇੰਪੋਰਟੈਂਟ ਗੱਲ ਹੈ। ਭਾਰਤ ਭੂਮੀ ਦੇ ਬਹੁਤ ਸਾਰੇ ਆਕਰਸ਼ਿਤ ਦ੍ਰਿਸ਼ ਸਾਡੇ ਭਾਰਤ ਦੇਸ਼ ਦੀ ਭੂਮੀ 'ਤੇ, ਜਿਵੇਂ ਵਿੱਚੋਂ ਸਭ ਤੋਂ ਵੱਧ ਆਪ ਜੀ ਨੂੰ ਕਸ਼ਮੀਰ ਦੀ ਸੁੰਦਰਤਾ ਨੇ ਪ੍ਰਭਾਵਿਤ ਕੀਤਾ। ਮੰਨ ਲਓ ਪ੍ਰਸ਼ਨ ਆ ਜੇ ਵੀ ਭਾਰਤ ਦੀ ਭੂਮੀ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਭਾਈ ਵੀਰ ਸਿੰਘ ਜੀ ਕਿਹੜੀ ਭੂਮੀ ਤੋਂ ਹੋਏ ਆ? ਕਿ ਕਸ਼ਮੀਰ ਦੀ ਭੂਮੀ 'ਚੋਂ, ਪੰਜਾਬ ਦੀ ਭੂਮੀ ਤੋਂ, ਰਾਜਸਥਾਨ ਦੀ ਭੂਮੀ ਤੋਂ, ਜਾਂ ਕਿਸੇ ਹੋਰ ਏਰੀਏ ਦੀ ਭੂਮੀ ਤੋਂ? ਤਾਂ ਤੁਸੀਂ ਇਹ ਜਿਹੜਾ ਉੱਤਰ ਹੋਣਾ ਚਾਹੀਦਾ ਹੈ ਕਸ਼ਮੀਰ ਦੀ ਭੂਮੀ ਤੋਂ। ਭਾਰਤ ਦੀ ਪ੍ਰਤੰਤਰਤਾ ਨੂੰ, ਇਸ ਤੋਂ ਉਪਜੇ ਦੁਖਾਂਤ ਨੂੰ ਅਨੇਕਾਂ ਸੰਕੇਤਾਂ ਦੁਆਰਾ ਪ੍ਰਗਟ ਕੀਤਾ ਹੈ। ਜਿਵੇਂ ਬਹੁਤ ਸਾਰੇ ਆ, ਮਾਰਤੰਡ ਦੇ ਮੰਦਰ, ਕੁਤੁਬ ਦੀ ਲਾਠ, ਬੇਲਾ ਭਵਾਨੀ, ਗੰਗਾ ਰਾਮ, ਫੁੰਡਿਆ ਤੋਤਾ, ਆ ਕਵਿਤਾਵਾਂ ਆ ਭਾਈ ਵੀਰ ਸਿੰਘ ਜੀ ਦੀਆਂ। ਇਹ ਦੇਸ਼ ਪਿਆਰ ਦੀਆਂ ਲਿਖਾਇਕ ਕਵਿਤਾਵਾਂ, ਦੇਸ਼ ਪਿਆਰ ਦੇ ਨਾਲ ਸੰਬੰਧਿਤ ਕਵਿਤਾਵਾਂ। ਇਹ ਕਵਿਤਾਵਾਂ ਦੇ ਨਾਮ ਚੇਤੇ ਰੱਖਣੇ ਆ ਤੁਸੀਂ। ਦੇਸ਼ ਪਿਆਰ, ਭਾਰਤ ਦੀ ਆਜ਼ਾਦੀ, ਪ੍ਰਤੰਤਰਤਾ, ਸੁਤੰਤਰਤਾ ਦੇ ਨਾਲ ਸੰਬੰਧਿਤ ਹੈ, ਆਜ਼ਾਦੀ ਗੁਲਾਮੀ ਦੇ ਨਾਲ ਸੰਬੰਧਿਤ। ਸਿੰਘ ਸਭਾ ਦਾ ਮੋਢੀ ਸੀ, ਇੱਕ ਲਹਿਰ ਚੱਲੀ ਸੀ ਸਿੰਘ ਸਭਾ ਲਹਿਰ। ਬਹੁਤ ਸਾਰੀਆਂ ਲਹਿਰਾਂ ਜਿਵੇਂ ਜਿਨ੍ਹਾਂ ਦੇ ਨਾਮ ਤੁਸੀਂ ਸੁਣਦੇ ਆ, ਇੱਕ ਆਰੀਆ ਸਮਾਜੀ ਲਹਿਰ ਚੱਲੀ ਸੀ, ਇੱਕ ਕੂਕਾ ਲਹਿਰ ਚੱਲੀ ਸੀ ਜਿਹਦੇ ਤੋਂ ਮਹਾਤਮਾ ਗਾਂਧੀ ਪ੍ਰਭਾਵਿਤ ਸੀ, ਇੱਕ ਸਿੰਘ ਸਭਾ ਲਹਿਰ ਚੱਲੀ ਸੀ ਜਿਹਦੇ ਇਹ ਮੋਢੀ ਸੀ। ਖਾਲਸਾ ਟਰੈਕਟ ਸੁਸਾਇਟੀ ਦੀ ਸਥਾਪਨਾ ਕੀਤੀ ਹੈ। ਮੇਰੇ ਵਾਲੇ ਨੋਟਸ ਤੁਸੀਂ ਪੜ੍ਹ ਲਏ ਹੋਣੇ, ਉਹਦੇ ਵਿੱਚ ਲਿਖਿਆ ਹੋਇਆ ਵੀ ਖਾਲਸਾ ਟਰੈਕਟ ਸੁਸਾਇਟੀ ਦੀ ਸਥਾਪਨਾ ਕੀਤੀ। ਤੇ ਖਾਲਸਾ ਸਮਾਚਾਰ ਸਪਤਾਹਿਕ ਦੇ ਸੰਪਾਦਕ ਕਿਹਦੇ ਰਿਹਾ? ਐਡੀਟਰ ਖਾਲਸਾ ਸਮਾਚਾਰ ਨਾਮ ਸੀਗਾ, ਸਮਾਚਾਰ ਖਾਲਸਾ ਸਮਾਚਾਰ ਸੀਗਾ ਨਾਮ। ਤੇ ਉਹ ਮਾਸਿਕ ਪੱਤਰਿਕਾ ਨਹੀਂ ਸੀਗੀ, ਸਪਤਾਹਿਕ ਪੱਤਰਿਕਾ ਸੀ, ਸਪਤਾਹਿਕ ਖਾਲਸਾ ਸਮਾਚਾਰ। ਪੰਜਾਬੀ ਸਾਹਿਤ ਦੇ ਖੇਤਰ ਵਿੱਚ ਨਹੀਂ ਬਲਕਿ ਪੰਜਾਬ ਦੇ ਸੱਭਿਆਚਾਰ ਜਾਂ ਸਮਾਜਿਕ ਖੇਤਰ ਵਿੱਚ ਵੀ ਭੂਮਿਕਾ ਰਹੀ ਹੈ। ਜਿਵੇਂ ਭੂਮਿਕਾ ਸਦਕਾ ਆਪ ਕੇਵਲ ਇੱਕ ਵਿਅਕਤੀ ਵਜੋਂ ਨਹੀਂ ਬਲਕਿ ਸੰਸਥਾ ਵਜੋਂ ਸਥਾਪਿਤ ਹੋਏ ਹੋ। ਹੋਰ ਬਹੁਤ ਸਾਰੀਆਂ ਗੱਲਾਂ ਦੇ ਰੱਖੀਆਂ, ਜਿਵੇਂ ਗੁਰਸਿੱਖੀ ਜੀਵਨ ਨੂੰ ਆਦਰਸ਼ ਵਜੋਂ ਅਪਣਾਇਆ, ਕੁਦਰਤ ਵਿੱਚੋਂ ਕਾਦਰ ਦੇ ਸਾਖਿਆਤ ਦਰਸ਼ਨ, ਸਾਖਿਆਤ ਮਤਲਬ ਸਾਖਸ਼ਾਤ ਜਿਹਨੂੰ ਹਿੰਦੀ 'ਚ ਕਹਿ ਦਿੰਦੇ ਆ। ਜੀਵਨ ਨੂੰ ਖੇੜੇ ਦੀ ਪਰਿਭਾਸ਼ਾ ਦਿੱਤੀ ਹੈ। ਜੀਵਨ ਨੂੰ ਕੀ ਕਿਹਾ ਹੈ ਭਾਈ ਵੀਰ ਸਿੰਘ ਜੀ ਨੇ? ਖੇੜਾ। ਤੇ ਇਸ ਲੋਕ ਜਾਂ ਇਸ ਕਾਲ ਤੋਂ ਪਾਠਕ ਨੂੰ
ਉਸ ਲੋਕ ਅਕਾਲ ਪੁਰਖ ਜਾਂ ਸੱਚਖੰਡ ਜਾਂ ਅਕਾਲ ਵੱਲ ਯਾਤਰਾ ਕਰਨ ਲਈ ਪ੍ਰੇਰਿਆ ਹੈ। ਇੱਕ ਹੁੰਦਾ ਇਹ ਲੋਕ, ਇੱਕ ਹੁੰਦਾ ਉਹ ਲੋਕ, ਮਤਲਬ ਇਸ ਲੋਕ ਤੇ ਪਰਲੋਕ, ਲੋਕ ਪਰਲੋਕ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਬ੍ਰਜ ਤੋਂ ਠੇਠ ਪੰਜਾਬੀ ਵੱਲ ਮੁੜਨ ਦਾ ਪੜਾਅ ਹੈ, ਕਿਉਂਕਿ ਇਸ ਤੋਂ ਪਹਿਲਾਂ ਪੰਜਾਬੀ ਕਵਿਤਾ ਸੀ ਜਿਹੜੀ ਭਾਈ ਵੀਰ ਸਿੰਘ ਜੀ ਤੋਂ ਪਹਿਲਾਂ ਬ੍ਰਜ ਭਾਸ਼ਾ ਦੇ ਵਿੱਚ ਲਿਖੀ ਜਾਂਦੀ ਸੀ। ਭਾਈ ਵੀਰ ਸਿੰਘ ਜੀ ਪਹਿਲੇ ਕਵੀ ਇਹੋ ਜਿਹੇ ਹੋਏ ਜਿਨ੍ਹਾਂ ਨੇ ਬ੍ਰਜ ਭਾਸ਼ਾ ਨੂੰ ਪਾਸੇ ਕਰਦਿਆਂ ਹੋਇਆਂ ਪੰਜਾਬੀ ਦੇ ਵਿੱਚ ਲਿਖਣ ਦੀ ਜੁਰਅਤ ਕੀਤੀ। ਛੋਟੀ ਕਵਿਤਾ ਤੇ ਗੀਤ ਸਿਰਜਣਾ ਦਾ ਪੜਾਅ, ਇਸੇ ਕਰਕੇ ਹੀ ਤਾਂ ਬਹੁਤ ਸਾਹਿਤਕ ਮਹੱਤਵ ਵੱਧ ਜਾਂਦਾ ਡਾਕਟਰ ਭਾਈ ਵੀਰ ਸਿੰਘ ਜੀ ਦਾ। ਯਾਦ ਰੱਖਣ ਵਾਲੀਆਂ ਗੱਲਾਂ ਜਿਹੜੀਆਂ ਕੋਈ 3-4 ਗੱਲਾਂ ਤੁਹਾਡੇ ਸਾਹਮਣੇ ਆਈਆਂ, ਇਹਨਾਂ ਨੂੰ ਤੁਸੀਂ ਯਾਦ ਰੱਖਣਾ ਹਰ ਹਾਲ ਦੇ ਵਿੱਚ, ਕੁਛ ਵੀ ਹੋ ਜਾਏ ਯਾਦ ਰੱਖਣੀ ਹੈ। ਆਪਣੀ ਜਿਹੜੀਆਂ ਕਵਿਤਾਵਾਂ ਆਪਾਂ ਜਿਹੜੀਆਂ ਪੜ੍ਹਨੀਆਂ ਨਾ ਪਹਿਲਾਂ ਪਾਠ ਦੇ ਵਿੱਚ, ਇਸੇ ਬੁੱਕ ਦੇ ਵਿੱਚ ਹੀ ਉਹਨਾਂ ਦੇ ਨਾ ਅਰਥ ਦੇ ਰੱਖੇ ਆ। ਇੱਥੇ ਅਰਥ ਤੁਸੀਂ ਜ਼ਰੂਰ ਦੇਖ ਲੈਣੇ ਆ। ਦੇਖ ਲਓ, ਪਿੰਜਰੇ ਪਿਆ ਪੰਛੀ, ਵੀ ਉਹ ਪੰਛੀ ਜਿਹੜਾ ਹੈਗਾ ਪਿੰਜਰੇ ਦੇ ਵਿੱਚ, ਉਹ ਗੱਲ ਕਰਦਾ ਹੈ ਵੀ ਜਿਹਨੇ ਉਹਨੂੰ ਕੈਦੀ ਬਣਾਇਆ, ਉਹਦੇ ਨਾਲ ਗੱਲ ਕਰਦਾ ਹੈ, ਹੈ ਨਾ। ਉਹਦੇ ਨਾਲ ਸੰਬੰਧਿਤ ਅਰਥ ਦਿੱਤੇ ਆ। ਸਲਾਹੁਤਾ ਦਾ ਮਤਲਬ ਹੁੰਦਾ ਵਡਿਆਈ, ਕਿਸੇ ਦੀ ਸਲਾਹੁਤਾ ਕਰਨੀ, ਸ਼ਲਾਘਾ ਕਰਨੀ, ਪ੍ਰਸ਼ੰਸਾ ਕਰਨੀ, ਉਸਤਤ ਕਰਨੀ, ਉਸ ਨੂੰ ਕਿਹਾ ਜਾਂਦਾ ਹੈ ਵਡਿਆਈ। ਜ਼ਾਲਮ ਤੁਹਾਨੂੰ ਪਤਾ ਹੀ ਹੈ, ਨਿਰਦਈ, ਪਰ ਤੋਂ ਹੀਨ, ਮਤਲਬ ਬਿਨਾਂ ਪਰਾਂ ਜਾਂ ਬਿਨਾਂ ਖੰਭਾਂ ਤੋਂ ਹੀਨ। ਜਿੰਦ ਕੋਣਾ ਦਾ ਮਤਲਬ ਹੁੰਦਾ ਹੈ ਜਾਨੋਂ ਮਾਰ ਦੇਣ ਵਾਲਾ। ਬਾਣੀ ਦਾ ਮਤਲਬ ਆਵਾਜ਼, ਜਾਲੀ ਦਾ ਮਤਲਬ ਜਾਲ ਹੁੰਦਾ, ਜਿਹੜਾ ਜਾਲ ਜਿਹਨੂੰ ਸਿੱਟ ਕੇ ਮਤਲਬ ਕੀ ਹੈ ਵੀ ਪੰਛੀਆਂ ਨੂੰ ਫੜਿਆ ਜਾਂਦਾ। ਇਲਮ ਤੇ ਅਮਲ ਵਾਲੀ ਕਵਿਤਾ ਆਪਾਂ 12ਵੀਂ ਦੀ ਜਮਾਤ ਵਿੱਚ ਪੜ੍ਹੀ ਸੀਗੀ। 12ਵੀਂ, ਹਾਂ। ਇਲਮ ਦਾ ਮਤਲਬ ਹੁੰਦਾ ਗਿਆਨ, ਅਮਲ ਦਾ ਮਤਲਬ ਕਰਮ, ਆ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਹੈ। ਹੁਣ ਆ ਗਈ ਕੇਲੋਂ ਦੇ ਗਲ ਲੱਗੀ ਵੇਲ, ਬੜੀ ਸ਼ਾਨਦਾਰ ਕਵਿਤਾ ਲਿਖੀ ਹੈ। ਇਹਦੇ ਵਿੱਚ ਵੀ ਕੀ ਆ ਵੀ ਉਹ ਜਿਹੜੀ ਵੇਲ ਹੈ ਉਹਦਾ ਮਾਨਵੀਕਰਨ ਕੀਤਾ ਭਾਈ ਵੀਰ ਸਿੰਘ ਜੀ ਨੇ। ਆਪਾਂ ਦੇਖਾਂਗੇ ਅੱਗੇ। ਕਿਉਰਿਸਟਸ, ਪੂਰੀ ਐਕਸਾਈਟਮੈਂਟ ਰੱਖੋ ਆਪਣੇ ਅੰਦਰ ਵੀ ਕੇਲੋਂ ਦੇ ਗਲ ਲੱਗੀ ਵੇਲ, ਬੜੀ ਸ਼ਾਨਦਾਰ ਕਵਿਤਾ। ਤਰੀਕ ਦਾ ਮਤਲਬ ਹੁੰਦਾ ਧੂਣਾ ਖਿੱਚਣਾ। ਆਉਣਗੇ ਇਹ ਅਰਥ ਉੱਥੇ, ਉੱਧਰੋਂ ਆਪਾਂ ਪੜ੍ਹਦੇ ਹਾਂ ਨਾਲ ਨਾਲ। ਹਾਂ, ਕੁਝ ਕੁ ਗੱਲ ਇਹਨਾਂ ਧਿਆਨ ਨਾਲ ਦੇਖ ਲੈਣੇ ਤੁਸੀਂ। ਮੈਂ ਥੋੜ੍ਹਾ ਜਿਹਾ ਦੇਖਦਾ ਇਹਨਾਂ ਨੂੰ ਵੀ ਕਿਹੜਾ ਤੁਹਾਡੇ ਕੰਮ ਦਾ। ਜਿਹੜਾ ਤਰੀਕ, ਅਬਲਾ ਦਾ ਪਤਾ ਹੀ ਹੈ, ਅਬਲਾ ਹੁੰਦਾ ਵੀ ਨਿਰਬਲ, ਬਿਨਾਂ ਬਲ ਤੋਂ। ਹਾਂ, ਵਸਲ, ਕੌੜੀਆਂ ਦੇ ਰੱਖਿਆ 20 ਦੀ ਗਿਣਤੀ ਨੂੰ ਕੌੜੀਆਂ ਕਿਹਾ ਜਾਂਦਾ। ਇਹ ਦੇਖਾਂਗੇ ਉੱਥੇ, ਮੇਰੇ ਸਮਝ ਨਹੀਂ ਆ ਰਿਹਾ ਵੀ ਆ ਕੀ ਹੈ। ਉੱਥੇ ਆਪਾਂ ਪੜ੍ਹਾਂਗੇ ਨਾ ਜਦੋਂ, ਤੋਂ ਪਤਾ ਲੱਗੂ ਆਪਾਂ ਨੂੰ। ਹਾਂ, ਕਾਇਮ ਸਥਿਰ ਹੁੰਦਾ, ਲਸ ਦੀ ਚਮਕ ਹੁੰਦਾ। ਅੱਗੇ ਕਾਵ ਰੰਗ ਸੁੰਦਰਤਾ, ਇਹ ਕਾਵ ਰੰਗ ਸੁੰਦਰਤਾ ਇੱਕ ਕਵਿਤਾ ਦਾ ਨਾਮ ਹੈ। ਚਸ਼ਮਾ, ਇੱਛਾ ਬਲ ਤੇ ਡੂੰਘੀਆਂ ਸ਼ਾਮਾਂ। ਚਸ਼ਮਾ ਜਿਹੜਾ ਹੁੰਦਾ ਝਰਨਾ ਜਿਹਨੂੰ ਕਹਿ ਦਿੰਦੇ ਆਪਾਂ। ਚਸ਼ਮਾ ਐਨਕਾਂ ਨਹੀਂ, ਚਸ਼ਮਾ ਲਾਉਣ ਵਾਲਾ ਨਹੀਂ, ਜਿਹੜੀਆਂ ਚਸ਼ਮਾ ਹੁੰਦਾ ਝਰਨੇ ਨੂੰ ਕਹਿ ਦਿੰਦੇ ਆ। ਜਿਵੇਂ ਸਰੋਦ ਦਾ ਮਤਲਬ ਹੁੰਦਾ ਸੰਗੀਤਮਈ ਆਵਾਜ਼। ਸੰਝ ਦਾ ਮਤਲਬ ਤੁਹਾਨੂੰ ਪਤਾ ਹੀ ਹੈ, ਸ਼ਾਮ, ਪਿਆਰ, ਨੇਹ, ਪ੍ਰੇਮ। ਵਸਲ ਦਾ ਮਤਲਬ ਹੁੰਦਾ ਮਿਲਾਪ। ਮਕਾਮ ਦਾ ਮਤਲਬ ਹੁੰਦਾ ਜਗ੍ਹਾ, ਥਾਂ। ਇੱਕ ਅਣਡਿੱਠਾ ਰਸਦਾਤਾ ਕਵਿਤਾ ਆ। ਅਗੰਮੀ ਦਾ ਮਤਲਬ ਹੁੰਦਾ ਅਪਹੁੰਚ। ਝਰਨਾਟ ਦਾ ਮਤਲਬ ਹੁੰਦਾ ਕਾਂਬਾ। ਆ ਸਮੇਂ ਵਾਲੀ ਆਪਾਂ ਪੜ੍ਹੀ ਸੀਗੀ, ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਉਹ ਜਿਹੜੀ ਕਵਿਤਾ ਆ ਗਈ। ਫਿਰ ਗੁਲਾਬ ਦਾ ਫੁੱਲ, ਆਡੋ ਹੁੰਦਾ ਪਾਣੀ ਦੀ ਆੜ 'ਚੋਂ ਲਿਖਿਆ ਹੋਇਆ। ਨਮਗੀਰ ਦਾ ਮਤਲਬ ਹੁੰਦਾ ਗਿੱਲਾ। ਠੀਕ ਹੈ, ਹਾਂਜੀ। ਕੰਬ ਦੀ ਕਲਾਈ, ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ। ਇਹ ਜਿਹੜੀ ਹੈ ਜਿਹੜੀ ਬਿਜਲੀ ਲਹਿਰਾ, ਮਤਲਬ ਬਿਜਲੀ ਦੀ ਚਮਕ ਵਰਗਾ। ਕਲਾਈ ਮਤਲਬ ਹੁੰਦੀ ਗੁੱਟ। ਗੋਦਾਵਰੀ ਦਾ ਗੀਤ ਲਿਖਿਆ। ਗੋਦਾਵਰੀ ਦਾ ਗੀਤ। ਪਰਸ ਮਤਲਬ ਸਪਰਸ਼। ਬੌਰਾਨੀ ਦਾ ਮਤਲਬ ਹੁੰਦਾ ਪਾਗਲ ਹੋ ਜਾਣਾ, ਬੌਰਾ ਹੋ ਜਾਣਾ, ਬਾਵਰਾ। ਲਰਜ ਦਾ ਮਤਲਬ ਕੰਬ ਹੁੰਦਾ। ਇਹ ਥੋੜ੍ਹੇ ਅਰਥ ਤੁਸੀਂ ਦੇਖਣੇ ਆ। ਅਚਨਚੇਤੀ ਦਾ ਝਲਕਾ। ਕੁਕੇਂਦੜੀ ਮਤਲਬ ਘੂਕਦੀ। ਹਰਖੀ ਮਤਲਬ ਹਰਸ਼ੀ ਜਾਂ ਖੁਸ਼ੀ। ਹਰਖ ਜਿਹਨੂੰ ਹਰਸ਼ ਕਹਿ ਦਿੰਦੇ ਹਾਂ ਹਿੰਦੀ ਦੇ ਵਿੱਚ ਆਪਾਂ। ਆ ਜਾਓ ਫਿਰ ਆਪਾਂ ਕਵਿਤਾਵਾਂ ਹੀ ਪੜ੍ਹਦੇ ਹਾਂ, ਪਤਾ ਤਾਂ ਲੱਗੇ ਭਾਈ ਵੀਰ ਸਿੰਘ ਜੀ ਦੀਆਂ ਕਵਿਤਾਵਾਂ ਬਾਰੇ ਕੀ ਦੇ ਰੱਖਿਆ। ਹਾਂਜੀ, ਲਓ ਬੇਟਾ ਜੀ, ਆ ਜਿਹੜੀ ਇਹਦੀ ਜਿਹੜੀ ਆ ਸ਼ੁਰੂ ਦੇ ਵਿੱਚ ਆਏ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਮਿਲ ਚੁੱਕੀ ਆ, ਹੈ ਨਾ, ਵੀ ਆਧੁਨਿਕ ਪੰਜਾਬੀ ਕਵਿਤਾ ਦਾ ਜਿਹੜਾ ਮੁੱਢ ਵੱਜਦਾ ਹੈ ਨਾ, ਇਹਦੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ ਇੱਕ ਪੂਰੀ ਕਲਾਸ। ਹਾਂ, ਭਾਈ ਵੀਰ ਸਿੰਘ ਜੀ ਦੀ ਪਹਿਲੀ ਕਵਿਤਾ ਹੈਗੀ ਆ ਪਿੰਜਰੇ ਪਿਆ ਪੰਛੀ। ਪੰਛੀ ਆ ਜਿਹੜਾ ਪਿੰਜਰੇ ਦੇ ਵਿੱਚ ਪਿਆ ਹੋਇਆ, ਉਹ ਕੀ ਕਰਦਾ ਹੈ? ਪਿੰਜਰੇ ਦੀ ਸਲਾਹੁਤਾ ਕਰਨ ਵਾਲੇ ਨੂੰ ਸੰਬੋਧਨ ਕਰ ਰਿਹਾ ਹੈ। ਪਿੰਜਰੇ ਦੀ ਸਲਾਹੁਤਾ ਕਰਨ ਵਾਲੇ ਨੂੰ ਉੱਪਰ ਲਿਖਿਆ ਹੋਇਆ ਦੇਖੋ ਬ੍ਰੈਕਟ ਦੇ ਵਿੱਚ ਭਾਈ ਵੀਰ ਸਿੰਘ ਜੀ ਨੇ, ਕਰਕੇ ਦੇਖ ਲੈਂਦੇ ਆਪ। ਪਿੰਜਰੇ ਪਿਆ ਪੰਛੀ। ਹਾਂ, ਲਓ ਮੈਂ ਪਹਿਲਾਂ ਪੜ੍ਹਦਾ। ਜ਼ਾਲਮ ਖੜਾ ਹਵਾ ਖੁੱਲੀ ਵਿੱਚ, ਆਖੇ ਪਿੰਜਰਾ ਸੋਹਣਾ, ਵਿੱਚ ਆ ਜਾਵੇ ਫਿਰ ਮੈਂ ਪੁੱਛਾਂ, ਕਿੰਨਾ ਹੈ ਮਨਮੋਹਣਾ। ਪਰ ਤੋਂ ਹੀਨ ਧਰਾ ਦੇ ਕੈਦੀ, ਉਹ ਮੂਰਖ ਦਿਲ ਕਰੜੇ,
ਉੱਡਣਹਾਰੇ ਪੰਛੀ ਨੂੰ ਇਹ ਸੋਹਣਾ ਹੈ ਜਿੰਦ ਕੋਣਾ। ਜ਼ਾਲਮ ਨੂੰ ਰੰਗ ਸੋਹਣਾ ਲੱਗਾ ਮਿੱਠੀ ਲੱਗੀ ਬਾਣੀ। ਵਾਵਾ ਕਦਰ ਗੁਣਾ ਦੀ ਪਾਈ ਛੁਕੇ ਜਾਲੀ ਤਾਣੀ। ਪਕੜ ਪਿੰਜਰੇ ਪਾਏ ਵਿਛੋੜਿਆ ਸ਼ਾਕ ਸਨਈਆਂ ਨਾਲੋਂ। ਭੱਠ ਪਏ ਇਹ ਕਦਰ ਤੁਹਾਡੀ ਖੇ ਇਸ ਯਾਰੀ ਲਾਣੀ। ਲਓ ਜੀ, ਇਹਦੇ ਵਿੱਚ ਕੀ ਹੈ, ਡਾਕਟਰ ਭਾਈ ਵੀਰ ਸਿੰਘ ਜੀ ਦੀ ਪਹਿਲੀ ਕਵਿਤਾ ਜਿਹਦਾ ਨਾਮ, ਜਿਹਦਾ ਸਿਰਲੇਖ ਹੈ ਪਿੰਜਰੇ ਪਿਆ ਪੰਛੀ। ਥੱਲੇ ਇੱਥੇ ਲਿਖਿਆ ਹੋਇਆ ਮਟਕ ਹੁਲਾਰੀ। ਮਤਲਬ ਕੀ ਹੈ ਵੀ ਪਿੰਜਰੇ ਪਿਆ ਪੰਛੀ ਜਿਹੜੀ ਕਵਿਤਾ ਹੈ ਉਹ ਮਟਕ ਹੁਲਾਰੇ ਕਾਵ ਸੰਗ੍ਰਹਿ ਚੋਂ ਲਈ ਗਈ ਹੈ। ਸਭ ਤੋਂ ਔਖਾ ਪ੍ਰਸ਼ਨ ਇਹ ਬਣਦਾ ਹੈ, ਸਭ ਤੋਂ ਔਖਾ। ਅੱਗੇ ਦੇਖੋ, ਅਗਲੀ ਇਲਮ ਤੇ ਅਮਲ ਦਿੱਤੀ ਹੈ। ਇਲਮ ਤੇ ਅਮਲ ਦੇ ਵਿੱਚ ਦੇਖਦੇ ਹਾਂ ਦਿੱਤਾ ਹੈ ਕਿ ਹਾਂ, ਲਹਿਰਾਂ ਦੇ ਹਾਰ ਵਿੱਚੋਂ ਲਿਆ ਗਿਆ। ਆਹ ਜਿਹੜੀਆਂ ਗੱਲਾਂ ਨਾ ਤੁਸੀਂ ਧਿਆਨ ਰੱਖਣੀਆਂ, ਇਹਦੇ ਵਿੱਚੋਂ ਇੱਕ ਪ੍ਰਸ਼ਨ ਪੱਕਾ 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 ਸ਼ੋਰ ਮਿਲ ਜੂਗਾ ਤੁਹਾਨੂੰ ਐਗਜ਼ਾਮ ਦੇ ਵਿੱਚ। ਅੱਗੇ ਦੇਖੋ, ਅਗਲੀ ਤੀਜੀ ਆਪਾਂ ਕਵਿਤਾ ਪੜ੍ਹਨੀ ਹੈ, ਕੇਲੋਂ ਦੇ ਗਲ ਲੱਗੀ ਵੇਲ। ਉਹ ਲਹਿਰਾਂ ਦੇ ਹਾਰ ਚੋਂ, ਆ ਲਹਿਰਾਂ ਦੇ ਹਾਰ ਦੇ ਵਿੱਚੋਂ ਦੋ ਕਵਿਤਾ ਲਈਆਂ ਗਈਆਂ, ਦੋ ਆ ਗਈਆਂ ਆਪਣੇ ਸਾਹਮਣੇ, ਹੈ ਨਾ। ਪਹਿਲੀ ਤਾਂ ਮਟਕ ਹੁਲਾਰੇ ਵਿੱਚੋਂ ਲਈ ਗਈ ਹੈ ਪਿੰਜਰੇ ਪਿਆ ਪੰਛੀ। ਉਸ ਤੋਂ ਬਾਅਦ ਕਾਵ ਰੰਗ ਸੁੰਦਰਤਾ, ਹਾਂ, ਕਾਵ ਰੰਗ ਸੁੰਦਰਤਾ। ਕਾਵ ਰੰਗ ਸੁੰਦਰਤਾ ਹੈ ਜਿਹੜੀ, ਇਹ ਲਈ ਗਈ ਹੈ ਮਟਕ ਹੁਲਾਰੇ ਵਿੱਚੋਂ। ਚਸ਼ਮਾ ਇੱਛਾ ਬਲ ਤੇ ਡੂੰਘੀਆਂ ਸ਼ਾਮਾਂ, ਇਹਨਾਂ ਦੀ ਇੱਕ ਲਿਸਟ ਬਣਾ ਲਿਓ। ਜਿਹੜੇ ਤੁਹਾਨੂੰ ਨੋਟਸ ਮੈਂ ਅਵੇਲੇਬਲ ਕਰਾਏ ਆ ਨਾ, ਉਹਨਾਂ ਦੇ ਵਿੱਚ ਐਕਸਟਰਾ ਪੇਜ ਬਣਾ ਲਿਓ। ਉੱਤੇ ਲਿਖ ਲਿਓ BA, 2 ਅੱਖਰ ਲਿਖਿਓ, ਉਹ ਵੀ ਪੁੱਠੇ, B ਪਹਿਲਾਂ ਫਿਰ A। ਫਿਰ ਉਸ ਤੋਂ ਬਾਅਦ ਕੀ ਕਰਿਓ, ਭਾਈ ਵੀਰ ਸਿੰਘ। ਅੱਗੇ ਕਵਿਤਾਵਾਂ ਦੇ ਨਾਮ ਜਿਵੇਂ ਲਿਖੇ ਹੋਏ ਆ, ਜਿਹੜੀਆਂ ਵੀ ਜਿੰਨੀਆਂ ਵੀ ਦਿੱਤੀਆਂ ਹੋਈਆਂ, 8 ਕੇ 9 ਦਿੱਤੀਆਂ, ਇਹਨਾਂ ਦੇ ਨਾਮ ਲਿਖ ਲੈਣੇ ਆ। ਕਿੰਨੀਆਂ ਦਿੱਤੀਆਂ? 9। ਕੰਬ ਦੀ ਕਲਾਈ ਲਾਸਟ ਦਿੱਤੀ ਹੈ। ਗੋਦਾਵਰੀ ਦਾ ਗੀਤ ਤੇ ਅਚਨਚੇਤੀ ਦਾ ਝਲਕਾ 11 ਦਿੱਤੀਆਂ। ਹਾਂ 11। ਉਸ ਦੇ ਅੱਗੇ ਹੀ ਬ੍ਰੈਕਟ ਦੇ ਵਿੱਚ ਲਿਖ ਲੈਣਾ ਵੀ ਕਿਹੜੇ ਕਾਵ ਸੰਗ੍ਰਹਿ ਤੋਂ ਲਈ ਗਈਆਂ। ਆ 11 ਨੰਬਰ ਦੇਖ ਲਓ, ਕਵਿਤਾ ਅਚਨਚੇਤੀ ਦਾ ਝਲਕਾ। ਤੇ ਇਹ ਹੈ ਜਿਹੜੀ ਮੇਰੇ ਸਾਈਆਂ ਜੀਓ, ਜਿਹੜਾ ਕਾਵ ਸੰਗ੍ਰਹਿ ਆ ਉਹਦੇ ਵਿੱਚੋਂ ਲਈਆਂ ਗਈਆਂ। ਤੁਹਾਨੂੰ ਦੱਸਿਆ ਨਾ ਮੈਂ, ਇੱਕ ਹੁੰਦੀ ਹੈ ਕਵਿਤਾ, ਇੱਕ ਹੁੰਦੀ ਹੈ ਕਾਵ ਸੰਗ੍ਰਹਿ। ਕਵਿਤਾ ਦਾ ਮਤਲਬ ਹੁੰਦੀ ਹੈ ਇੱਕ, ਤੇ ਕਾਵ ਸੰਗ੍ਰਹਿ ਦੇ ਵਿੱਚ ਬਹੁਤ ਸਾਰੀਆਂ ਕਵਿਤਾਵਾਂ ਹੁੰਦੀਆਂ ਹਨ। ਸੋ ਇਹ ਜਿਹੜੇ ਲਹਿਰਾਂ ਦੇ ਹਾਰ, ਬਿਜਲੀਆਂ ਦੇ ਹਾਰ, ਮਟਕ ਹੁਲਾਰੇ, ਮੇਰੇ ਸਾਈਆਂ ਜੀਓ, ਕੰਬ ਦੀ ਕਲਾਈ, ਇਹ ਸਾਰੇ ਆ ਜਿਹੜੇ ਇਹ ਕਾਵ ਸੰਗ੍ਰਹਿ ਆ, ਉਹਨਾਂ ਦੇ ਵਿੱਚੋਂ ਇਹ ਕਵਿਤਾਵਾਂ ਲਈਆਂ ਗਈਆਂ। ਇਹ ਤੁਸੀਂ ਯਾਦ ਰੱਖਣੀਆਂ। ਗੋਦਾਵਰੀ ਦਾ ਗੀਤ ਲਹਿਰਾਂ ਦੇ ਹਾਰ ਵਿੱਚੋਂ ਲਿਆ ਗਿਆ, ਗੋਦਾਵਰੀ ਦਾ ਗੀਤ ਕਵਿਤਾ। ਉਸ ਤੋਂ ਬਾਅਦ ਬਿਜਲੀਆਂ ਦੇ ਹਾਰ, ਸਮਾਂ ਜਿਹੜੀ ਕਵਿਤਾ ਬਿਜਲੀਆਂ ਦੇ ਹਾਰ ਵਿੱਚੋਂ ਲਈ ਗਈ। ਸਮਝ ਗਏ ਕਹਾਣੀ ਨੂੰ? ਇਹ ਧਿਆਨ ਰੱਖਣਾ ਤੁਸੀਂ, ਇਹਨਾਂ ਦੀ ਲਿਸਟ ਬਣਾ ਲੈਣੀ ਹੈ, ਯਾਦ ਰੱਖਣੀ ਹੈ ਤੁਸੀਂ। ਤੁਹਾਡੇ ਬਹੁਤ ਬਹੁਤ ਇੰਪੋਰਟੈਂਟ ਇਹ ਯਾਦ ਹੋਣੀ ਚਾਹੀਦੀ ਹੈ। ਹਾਂਜੀ, ਪਿੰਜਰੇ ਪਿਆ ਪੰਛੀ। ਪਿੰਜਰੇ ਦੀ ਸੁਲੱਹਤਾ, ਪਿੰਜਰੇ ਦੀ ਪ੍ਰਸ਼ੰਸਾ ਕਰਨ ਵਾਲੇ ਨੂੰ, ਜਿਹੜਾ ਪਿੰਜਰੇ ਦੇ ਵਿੱਚ ਪਿਆ ਹੋਇਆ ਪੰਛੀ ਹੈ, ਜਿਹੜਾ ਵਿਚਾਰਾ ਪਿੰਜਰੇ ਦੇ ਵਿੱਚ ਤਾੜਿਆ ਹੋਇਆ, ਉਹ ਕੀ ਕਰ ਰਿਹਾ ਹੈ? ਉਹ ਬਾਹਰ ਖੜੇ ਨੂੰ, ਮੇਰੇ ਤੇਰੇ ਵਰਗੇ ਨੂੰ ਸੰਬੋਧਨ ਕਰ ਰਿਹਾ। ਕਿਉਂਕਿ ਕੋਈ ਗਿਆ ਵੇਖਣ ਪਿੰਜਰੇ ਦੇ ਵਿੱਚ, ਉਹਨੇ ਕਿਹਾ ਆਏ ਹਾਏ ਹਾਏ, ਆ ਤਾਂ ਬਲਾ ਹੀ ਸੋਹਣਾ ਪੰਛੀ ਤੁਸੀਂ ਪਿੰਜਰੇ ਦੇ ਵਿੱਚ ਪਾ ਰੱਖਿਆ। ਤਾਂ ਫਿਰ ਉਹ ਪੰਛੀ ਕੀ ਕਰਦਾ? ਉਹਨੂੰ ਸੰਬੋਧਨ ਕਰਦਾ ਵੀ ਤੂੰ ਮੇਰੀ ਥਾਂ 'ਤੇ ਆ ਕੇ ਦੇਖ ਲੈ, ਤੈਨੂੰ ਐਡਾ ਹੀ ਸੋਹਣਾ ਲੱਗਦਾ ਤਾਂ। ਹਾਂ, ਜ਼ਾਲਮ ਖੜਾ ਹਵਾ ਖੁੱਲੀ ਵਿੱਚ, ਜ਼ਾਲਮ ਹੈ ਜਿਹੜਾ ਹਵਾ ਖੁੱਲੀ ਦੇ ਵਿੱਚ ਖੜ ਕੇ ਆਖੇ ਪਿੰਜਰਾ ਸੋਹਣਾ। ਕੀ ਕਹਿ ਰਿਹਾ? ਵੀ ਬੜਾ ਸੋਹਣਾ ਪਿੰਜਰਾ, ਵਿੱਚ ਆ ਜਾਵੇ ਫਿਰ ਮੈਂ ਪੁੱਛਾਂ ਕਿੰਨਾ ਹੈ ਮਨਮੋਹਣਾ। ਤੇ ਅੱਗੋਂ ਪੰਛੀ ਜਿਹੜਾ ਵਿੱਚ ਉਹ ਸੋਚਦਾ ਮਨ ਦੇ ਵਿੱਚ, ਉਹ ਕੀ ਕਹਿੰਦਾ? ਮਾਨਵੀਕਰਨ ਕੀਤਾ ਹੋਇਆ ਕਵਿਤਾ ਦਾ। ਉਹ ਕੀ ਕਹਿੰਦਾ ਵੀ ਜੇ ਕਿਤੇ ਵਿੱਚ ਆ ਜੇ, ਇਹ ਪਿੰਜਰੇ ਦੇ ਵਿੱਚ ਆਵੇ ਨਾ, ਤੇ ਫਿਰ ਮੇਰੀ ਜਗ੍ਹਾ 'ਤੇ ਆਵੇ, ਫਿਰ ਮੈਂ ਇਹਨੂੰ ਪੁੱਛਾਂ ਵੀ ਕਿੰਨਾ ਕੁ ਮਨ ਨੂੰ ਮੋਹਣਾ, ਕਿੰਨਾ ਕੁ ਮਨ ਨੂੰ ਚੰਗਾ ਲੱਗਦਾ। ਪਰ ਤੋਂ ਹੀਨ ਧਰਾ ਦੇ ਕੈਦੀ, ਉਹ ਮੂਰਖ ਦਿਲ ਕਰੜੇ, ਉੱਡਣ ਹਾਰੇ ਪੰਛੀ ਨੂੰ ਇਹ ਸੋਹਣਾ ਹੈ ਜਿੰਦ ਕੋਣਾ। ਹੁਣ ਉਹ ਪੰਛੀ ਕੀ ਕਹਿ ਰਿਹਾ? ਬੰਦੇ ਨੂੰ ਕੀ ਕਹਿ ਰਿਹਾ? ਪਰ ਤੋਂ ਹੀਨ। ਬੰਦੇ ਨੂੰ ਕਹਿੰਦਾ ਤੂੰ ਪਰ ਤੋਂ ਹੀਨ, ਤੂੰ ਖੰਭਾਂ ਤੋਂ ਬਿਨਾਂ। ਬੰਦੇ ਦੇ ਖੰਭ ਨਹੀਂ ਲੱਗੇ ਹੁੰਦੇ, ਜਿਹੜੇ ਖੰਭ ਜਿਹਦੇ ਲੱਗੇ ਹੁੰਦੇ ਆ ਉਹ ਬਾਲੀਆਂ ਉਡਾਰੀਆਂ ਨਾ ਮਾਰੇ, ਇਹਦੇ ਖੰਭ ਵੱਢੇ ਜਾਂਦੇ ਹੁੰਦੇ ਆ, ਖੰਭ ਕੱਟੇ ਜਾਂਦੇ ਹੁੰਦੇ ਆ। ਇਸ ਕਰਕੇ ਕੀ ਹੈ? ਪਰ ਤੋਂ ਹੀਨ ਧਰਾ ਦੇ ਕੈਦੀ, ਮਤਲਬ ਧਰਾ ਧਰਤੀ ਦਾ ਕੈਦੀ ਆ ਤੂੰ। ਬੰਦੇ ਨੂੰ ਕੀ ਕਹਿ ਰਿਹਾ ਪੰਛੀ? ਵੀ ਤੂੰ, ਤੇਰੇ ਖੰਭ ਨਹੀਂ ਹੈਗੇ, ਤੂੰ ਧਰਤੀ ਦਾ ਕੈਦੀ, ਧਰਾ ਦਾ ਕੈਦੀ। ਉਹ ਮੂਰਖ ਦਿਲ ਕਰੜੇ, ਉਹ ਮੂਰਖ ਕਰੜੇ ਦਿਲ ਵਾਲਿਆ, ਸੰਗ ਦਿਲ ਕਠੋਰ ਦਿਲ ਵਾਲਿਆ।
ਉੱਡਣ ਹਾਰੇ ਪੰਛੀ ਨੂੰ ਇਹ ਸੋਹਣਾ ਹੈ ਜਿੰਦ ਕੋਣਾ। ਜਿਹੜੇ ਪਿੰਜਰੇ ਨੂੰ ਤੂੰ ਸੋਹਣਾ ਦੱਸ ਰਿਹਾ ਹੈ, ਉਹ ਮੇਰੇ ਵਰਗੇ ਉੱਡਣ ਵਾਲੇ ਪੰਛੀ ਵਾਸਤੇ ਜਿੰਦ ਨੂੰ ਕੋਣ ਵਾਲਾ ਹੈ, ਜਿੰਦ ਨੂੰ ਮਾਰਨ ਵਾਲਾ ਹੈ। ਜ਼ਾਲਮ ਨੂੰ ਰੰਗ ਸੋਹਣਾ ਲੱਗਾ, ਮਿੱਠੀ ਲੱਗੀ ਬਾਣੀ। ਜ਼ਾਲਮ ਨੂੰ ਪਿੰਜਰੇ ਦਾ ਰੰਗ ਸੋਹਣਾ ਲੱਗਿਆ ਤੇ ਮਿੱਠੀ ਪੰਛੀ ਦੀ ਜਿਹੜੀ ਬਾਣੀ ਬੜੀ ਮਿੱਠੀ ਲੱਗੀ। ਜ਼ਾਲਮ ਬੰਦੇ ਵਾਸਤੇ ਕਿਹਾ ਗਿਆ, ਮਨੁੱਖ ਵਾਸਤੇ ਵਰਤਿਆ ਗਿਆ ਸ਼ਬਦ ਜ਼ਾਲਮ। ਕਿਹਨੇ ਵਰਤਿਆ? ਪੰਛੀ ਨੇ। ਵਾਹਵਾ ਕਦਰ ਗੁਣਾ ਦੀ ਪਾਈ, ਛੁੱਕੇ ਜਾਲੀ ਤਾਣੀ। ਬੜੀ ਮਤਲਬ ਕੀ ਹੈ ਵੀ ਮੇਰੇ ਗੁਣਾ ਦੀ ਕਦਰ ਪਾਈ ਹੈ, ਵੀ ਜਾਲੀ ਛੁੱਟ ਕੇ ਜਾਲੀ ਤਾਣ ਕੇ ਪਕੜ ਪਿੰਜਰੇ ਪਾਏ ਵਿਛੋੜਿਆ ਸਾਕ ਸਨਈਆਂ ਨਾਲੋਂ। ਮੇਰੇ ਸਾਕ ਸਨੇਹੀ, ਮੇਰੇ ਨਾਲ ਦੇ ਸੰਬੰਧੀ ਪੰਛੀ ਦੇ ਨਾਲ ਹੁੰਦੇ ਆ ਨਾ ਬਹੁਤ ਸਾਰੇ ਪੰਛੀ, ਉਹਨਾਂ ਦੇ ਨਾਲੋਂ ਮੈਨੂੰ ਵਿਛੋੜ ਦਿੱਤਾ। ਪੰਛੀ ਕਹਿੰਦਾ ਭੱਠ ਪਏ ਇਹ ਕਦਰ ਤੁਹਾਡੀ, ਖੇਸ ਯਾਰੀ ਲਾਣੀ। ਵੀ ਆਹ ਜਿਹੜੀ ਤੁਸੀਂ ਕਦਰ ਮੇਰੀ ਪਾਉਂਦੇ ਹੋ ਹੈ ਮਨੁੱਖ, ਜਿਹੜੀ ਤੂੰ ਮੇਰੀ ਕਦਰ ਪਾਉਣਾ, ਇਹ ਭੱਠ 'ਚ ਪੈ ਜੇ, ਇਹ ਮੇਰੇ ਕਿਸੇ ਕੰਮ ਦੀ ਨਹੀਂ ਗੀ। ਖੇਸ ਯਾਰੀ ਲਾਣੀ ਮਟਕ ਹੁਲਾਰੇ ਕਵਿਤਾ ਤੋਂ ਲਈ ਗਈ ਹੈ। ਮਟਕ ਹੁਲਾਰੇ ਕਾਵ ਸੰਗ੍ਰਹਿ 'ਚੋਂ ਲਈ ਗਈ ਹੈ ਕਵਿਤਾ, ਜਿਹਦਾ ਨਾਮ ਹੈ ਪਿੰਜਰੇ ਪਿਆ ਪੰਛੀ। ਅਗਲੀ ਕਵਿਤਾ ਹੈਗੀ ਹੈ ਇਲਮ ਤੇ ਅਮਲ। ਇਹਦੇ ਬਾਰੇ ਆਪਾਂ ਪੂਰੀ ਗੱਲ ਕਰ ਚੁੱਕੇ ਹਾਂ, ਇਹਨੂੰ ਰਹਿਣ ਦਈਏ ਆਪਾਂ, ਹੈ ਨਾ। ਪੜ੍ਹੀ ਹੋਈ ਹੈ ਤੁਸੀਂ, ਹਾਂ ਕੋਈ ਇਸ਼ੂ ਨਹੀਂ। ਪਰ ਲਹਿਰਾਂ ਦੇ ਹਾਰ ਇਹ ਨਹੀਂ ਸੀ ਪਤਾ ਆਪਾਂ ਨੂੰ ਵੀ ਇਲਮ ਤੇ ਅਮਲ ਕਵਿਤਾ ਹੈ ਜਿਹੜੀ ਉਹ ਲਹਿਰਾਂ ਦੇ ਹਾਰ ਕਾਵ ਸੰਗ੍ਰਹਿ 'ਚੋਂ ਲਈ ਗਈ ਹੈ। ਬਸ ਇੰਨੀ ਗੱਲ ਤੁਸੀਂ ਚੇਤੇ ਰੱਖਣੀ। ਕੇਲੋਂ ਦੇ ਗਲ ਲੱਗੀ ਵੇਲ ਬੜੀ ਸ਼ਾਨਦਾਰ ਲਿਖੀ ਹੋਈ ਹੈ। ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੋਵੇਗਾ ਜਿਵੇਂ ਕਵਿਤ ਛੰਦ ਦੇ ਵਿੱਚ ਲਿਖੀ ਗਈ ਹੈ। ਕਵਿਤ ਛੰਦ ਹੈ, ਕਵਿਤ ਛੰਦ ਬਿਲਕੁਲ। ਕਵਿਤ ਛੰਦ ਪੜ੍ਹ ਲਿਓ। ਹਾਂ ਵੀ ਕੀ ਹੈ 11ਵੀਂ ਵਾਲੀ ਬੁੱਕ ਦੇ ਵਿੱਚ ਦੇ ਰੱਖੇ ਛੰਦ, ਮੈਨੂੰ ਲੱਗਦਾ ਉਹਦੇ ਵਿੱਚੋਂ ਕਵਿਤ ਛੰਦ ਬਾਰੇ ਪੜ੍ਹਿਓ। ਦੇਖੋ ਬੜਾ ਸ਼ਾਨਦਾਰ ਕਵਿਤ ਛੰਦ ਦੀ ਤਾਂ ਆਡੀ ਮਤਲਬ ਕੀ ਹੈ, ਇਹਦੀ ਚਾਲ ਹੈ ਜਿਹੜੀ ਆਡੀ ਹੈ। ਮੈਂ ਵੇਖ ਤਾਂ ਲਵਾਂ ਸੱਚੀ ਹੈ ਕਿ ਉਹੀ ਹੈ। ਹਾਂ ਲਓ ਜੀ, ਕੇਲੋਂ ਦੇ ਗਲ ਲੱਗੀ ਵੇਲ। ਇੱਕ ਵੇਲ ਹੈ ਜਿਹੜੀ ਉਹ ਕੀ ਹੈ ਵੀ ਇੱਕ ਕੇਲੋਂ ਦਾ ਜਿਹੜਾ ਬੂਟਾ ਹੈ ਉਹਦੇ ਆਲੇ ਦੁਆਲੇ ਚਿੰਬੜ ਗਈ ਹੈ, ਉਹਦੇ ਆਲੇ ਦੁਆਲੇ ਇਸ ਤਰ੍ਹਾਂ ਕਰਕੇ ਚੜ੍ਹ ਗਈ। ਵੇਲ ਨੇ ਤਾਂ ਚੜ੍ਹਨਾ ਹੀ ਸੀਗਾ। ਹੁਣ ਉਹ ਕੀ ਆ ਵੀ ਕੋਈ ਭੇਡਾਂ ਬੱਕਰੀਆਂ ਚਾਰਨ ਵਾਲਾ ਅਯਾਲੀ ਆਇਆ, ਉਹਨੇ ਕਿਹਾ ਵੀ ਆਹ ਵੇਲ ਬੜੀ ਵਧੀਆ, ਕਿਉਂ ਨਾ ਇਹ ਖਿੱਚ ਕੇ ਸਾਰੀ ਅਤੇ ਇਹ ਮੈਂ ਆਪਦੇ ਜਾਨਵਰਾਂ ਨੂੰ ਪਾ ਦਾਂ। ਫਿਰ ਉਹ ਖਿੱਚਦਾ, ਫਿਰ ਉਹ ਵੇਲ ਆ ਜਿਹੜੀ ਉਹ ਆਪਣਾ ਹੀ ਪ੍ਰਾਰਥਨਾ ਕਰ ਰਹੀ ਹੈ ਅਯਾਲੀ ਨੂੰ, ਭੇਡਾਂ ਚਾਰਨ ਵਾਲੇ। ਹਾਏ ਨਾ ਤਰੀਕ ਸਾਨੂੰ, ਹਾਏ ਵੇ ਨਾ ਮਾਰ ਖਿੱਚਾਂ, ਹਾਏ ਨਾ ਵਿਛੋੜ ਗਲ ਲੱਗਿਆਂ ਨੂੰ ਪਾਪੀਆ, ਹਾਏ ਨਾ ਤਣੁੱਕੇ ਮਾਰੀ ਖਿੱਚ ਨਾ ਫਟੱਕੇ ਦੇ ਦੇ, ਵਰਿਆਂ ਦੀ ਲੱਗੀ ਸਾਡੀ ਤੋੜ ਨਾ ਸਰਾਪੀਆ। ਹਾਏ ਨਾ ਵਲੂੰਦਰੀ ਵੇ ਸੁੱਟੀ ਨਾ ਉਤਾਰ ਪੁੰਜੇ, ਸੱਜਣ ਨਾਲੋਂ ਟੁੱਟੀਆਂ ਹੋ ਜਾਸਾਂ ਇੱਕ ਲਾਪੀਆ, ਮੇਰੇ ਹੱਡ ਤਾਣ ਨਹੀਂ ਸਕਾ ਨਾ ਖੜੋਏ ਪੈਰੀ, ਖੜੀ ਸੱਜਣ ਆਸਰੇ ਹਾਂ ਅਬਲਾ ਮੈਂ ਅਮਾਪੀਆਂ। ਪਿਆਰੇ ਨਾ ਵਿਛੋੜੀਏ ਵੇ, ਮਿਲੇ ਨਾ ਵਿਖੇੜੀਏ ਵੇ, ਆਸਰੇ ਨਾ ਤੋੜੀਏ ਵੇ, ਐਵੇਂ ਪਾੜੀਏ ਨਾ ਜੋੜੀਆਂ, ਵਸਲ ਵੇਖ ਖਿੱਚੀਏ ਨਾ ਅੱਡ ਕਰ ਰੀਝੀਏ ਨਾ, ਇੱਕ ਹੋਈਆਂ ਜਿੰਦੀਆਂ ਨਹੀਂ ਹੁੰਦੀਆਂ ਨਹੀਂ ਉਹ ਕੌੜੀਆਂ। ਵਿੱਥ ਵਾਲੇ ਜੱਗ ਵਿੱਚ ਵਿੱਥਾਂ ਪਈਆਂ ਚੱਪੇ ਚੱਪੇ, ਅੱਡੋ ਅੱਡ ਸਭ ਕੋਈ ਜੋੜੀਆਂ ਨਹੀਂ ਥੋੜੀਆਂ, ਵਿੱਥਾਂ ਮੇਟ ਇੱਕੋ ਹੋਏ ਉਹਨਾਂ ਵੇਖ ਰੀਝਣਾ ਵੇ, ਬਾਹੀਂ ਗਲੇ ਲਿਪਟੀਆਂ ਨਾ ਚਾਹੀਏ ਕਦੇ ਤੋੜੀਆਂ। ਲਓ ਜੀ, ਥੋੜ੍ਹਾ ਥੋੜ੍ਹਾ ਮੈਨੂੰ ਲੱਗਿਆ ਵੀ ਇਹ ਕਵਿਤ ਛੰਦ ਆ। ਬਾਕੀ ਤੁਸੀਂ ਕਲੀਅਰ ਕਰਨੀ ਹੈ ਇਹ ਗੱਲ ਵੀ ਕੀ ਵਾਕਈ ਇਸ ਤਰ੍ਹਾਂ ਦਾ ਕਰਕੇ ਕਵਿਤ ਛੰਦ ਲਹਿਰਾਂ ਦੇ ਹਾਰ ਕਵਿਤਾ 'ਚੋਂ ਲਿਆ ਗਿਆ। ਥੋੜ੍ਹੇ ਜਿਹੇ ਕੰਮ ਤੁਸੀਂ ਵੀ ਕਰੋ, ਥੋੜ੍ਹਾ ਜਿਹਾ ਕੰਮ ਹੈ ਨਾ। हाँ वो कहता होंदा ना भी आखे ज़िंदगी का सफ़र बड़ा लंबा है, कहना ज़िंदगी का सफ़र बड़ा लंबा है, कुछ तुम चलो कुछ हम चलें, बाद में रिक्शा करा लेंगे। हाँ जी, हाँ देखो केलों दे गल लगी वेल, अपने प्रीतम दे गल मतलब की है भी कहने का मतलब कि इस कविता दे विच ये संदेश आ भी जे मान लो कोई मान लो भी किसी नूं आपां विछोड़ना नहीं है, कहने का मतलब यही है ਕਿਸੇ ਨੂੰ ਵਿਛੋੜਾ ਨਹੀਂ ਦੇਣਾਗਾ। ਭਾਈ ਵੀਰ ਸਿੰਘ ਜੀ ਨੇ ਇਸ ਕਵਿਤਾ ਦੇ ਥਰੂ ਜਿਹੜੀ ਵੇਲ ਹੈ ਉਹਦਾ ਮਾਨਵੀਕਰਨ ਕੀਤਾ, ਜੋ ਕੇਲੋਂ ਦੇ ਗਲ ਲੱਗੀ ਹੋਈ ਹੈ ਇੱਕ ਬੂਟੇ ਦੇ, ਇੱਕ ਦਰਖਤ ਦੇ। ਹਾਏ ਨਾ ਤਰੀਕ ਸਾਨੂੰ, ਹਾਏ ਵੇ ਨਾ ਮਾਰ ਖਿੱਚਾਂ, ਹਾਏ ਨਾ ਵਿਛੋੜ ਗਲ ਲੱਗਿਆਂ ਨੂੰ ਪਾਪੀਆ। ਕੋਈ ਦਿੱਕਤ ਨਹੀਂ, ਨੋਰਮਲ ਆ, ਹੈ ਨਾ। ਅਰਥ ਸੰਚਾਰ ਹੋ ਰਿਹਾ ਨਾ ਵੀ ਤੂੰ ਸਾਨੂੰ ਤਰੀਕ ਮਤਲਬ ਘੜੀਸ ਨਾ, ਤੂੰ ਸਾਨੂੰ ਮਾਰ ਖਿੱਚਾਂ, ਖਿੱਚਾਂ ਮਾਰ ਮਾਰ ਕੇ ਨਹੀਂ ਆਪਾਂ ਵੇਲ ਪੱਟਦੇ ਹੁੰਦੇ ਕਈ ਵਾਰੀ, ਖਿੱਚਾਂ ਮਾਰ ਮਾਰ ਕੇ ਨਾ ਲਾ। ਹਾਏ ਨਾ ਵਿਛੋੜ ਗਲ ਲੱਗਿਆਂ ਨੂੰ ਪਾਪੀਆ। ਵੇਲ ਕਹਿੰਦੀ ਵੀ ਅਸੀਂ ਗਲ ਲੱਗੇ ਹੋਏ ਹਾਂ, ਅਸੀਂ ਮਿਲੇ ਹਾਂ ਅਤੇ ਸਾਨੂੰ ਕਿਉਂ ਇਹ ਪਾਪੀਆ ਤੂੰ ਵਿਛੋੜਦਾ। ਹਾਏ ਨਾ ਤਣੁੱਕੇ ਮਾਰੀ ਖਿੱਚ ਨਾ ਫਟੱਕੇ ਦੇ ਦੇ, ਹਾਏ ਨਾ ਤਣੁੱਕੇ ਮਾਰੀ ਫਟੱਕੇ ਦੇ ਦੇ ਕੇ ਝਟਕੇ ਦੇ ਦੇ ਕੇ ਖਿੱਚਣਾ, ਵਰਿਆਂ ਦੀ ਲੱਗੀ ਸਾਡੀ ਤੋੜ ਨਾ ਸਰਾਪੀਆ। ਹਾਏ ਨਾ ਵਲੂੰਦਰੀ ਵਿੱਚ ਸੁੱਟੀ ਨਾ ਉਤਾਰ ਭੁੰਜੇ, ਸੱਜਣ ਗਲੋਂ ਟੁੱਟੀਆਂ ਹੋ ਜਾਸਾਂ ਇੱਕ ਲਾਪੀਆ।
ਹਾਏ ਨਾ ਵਲੂੰਦਰੀ ਵੇ ਕਿਸੇ ਨੂੰ ਵਲੂੰਦਰ ਹੈ ਨਾ, ਕਿਸੇ ਨੂੰ ਜ਼ਖਮ ਦੇ ਦੇਣੇ ਵਲੂੰਦਰ ਨਾ। ਸੁੱਟੀ ਨਾ ਉਤਾਰ ਪੁੰਜੇ, ਵੀ ਮੈਨੂੰ ਪੁੰਜੇ ਉਤਾਰ ਕੇ ਨਾ ਸਿੱਟਦੀ। ਸੱਜਣ ਗਲੋਂ ਟੁੱਟੀਆਂ ਹੋ ਜਾਸਾਂ ਇਕਲਾਪੀਆਂ, ਮੈਂ ਆਪਣੇ ਸੱਜਣ ਪਿਆਰੇ ਨਾਲੋਂ ਜੇ ਵਿਛੜ ਗਈ ਤਾਂ ਫਿਰ ਮੈਂ ਇਕਲਾਪੀਆਂ ਮਤਲਬ ਕੱਲੀ ਹੋ ਜਾਊਂਗੀ। ਮੇਰੇ ਹੱਡ ਤਾਣ ਨਾ ਹੀ ਸਕਾ ਨਾ ਖੜੋਏ ਪੈਰੀ, ਵੀ ਮੇਰੇ ਵਾਸਤੇ ਮੇਰਾ ਆਸਰਾ ਤਾਂ ਕੀ ਹੈ ਵੀ ਇੱਕ ਕਿਲੋਂ ਦਾ ਦਰਖਤ ਹੀ ਹੈ। ਵੀ ਇਹਦੇ ਕਿਹੜਾ ਵੀ ਹੁਣ ਵੇਲ ਦੇ ਕਿਹੜਾ ਹੱਡ ਹੁੰਦੇ ਆ, ਵੇਲ ਕਹਿ ਰਹੀ ਹੈ ਵੀ ਮੇਰੇ ਹੱਡ ਤਾਣ ਨਹੀਂ, ਤਾਣ ਦਾ ਮਤਲਬ ਹੁੰਦਾ ਆਸਰਾ, ਵੀ ਮੇਰੇ ਆਸਰਾ ਕਿਹੜਾ, ਮੇਰੇ ਕਿਹੜਾ ਹੱਡ ਹੈਗੇ ਆਸਰੇ ਦੇ ਰੂਪ ਵਿੱਚ। ਸਕਾ ਨਾ ਖੜੋਏ ਪੈਰੀ ਖੜੀ ਸੱਜਣ ਆਸਰੇ ਹਾਂ, ਅਬਲਾ ਮੈਂ ਅਮਾਪੀਆ। ਅਬਲਾ ਹੁੰਦੀ ਹੈ ਜਿਹੜੀ ਮਤਲਬ ਕੀ ਹੈ ਵੀ ਜਿਹੜੀ ਜਿਹਨੂੰ ਕਿਸੇ ਆਸਰੇ ਦੀ ਲੋੜ ਹੋਵੇ ਉਹਨੂੰ ਅਬਲਾ ਕਿਹਾ ਜਾਂਦਾ। ਅਮਾਪੀਆ ਮਤਲਬ ਬਿਨਾਂ ਮਾਂ ਪਿਓ ਤੋਂ, ਅਮਾਪੀਆ। ਪਿਆਰੇ ਨਾ ਵਿਛੋੜੀਏ ਵੇ, ਮਿਲੇ ਨਾ ਨਿਖੇੜੀਏ ਵੇ, ਆਸਰੇ ਨਾ ਤੋੜੀਏ ਵੇ, ਐਵੇਂ ਪਾੜੀਏ ਨੀ ਜੋੜੀਆਂ। ਵਸਲ ਵੇਖ ਖੀਜੀਏ ਨਾ, ਅੱਡ ਕਰ ਰੀਝੀਏ ਨਾ। ਵਸਲ ਮਤਲਬ ਮਿਲਾਪ, ਕਿਸੇ ਦੇ ਮਿਲਾਪ ਨੂੰ ਵੇਖ ਕੇ ਖਿਜੀਏ ਨਾ, ਆਪਾਂ ਖਿਜਣਾ ਨਹੀਂ ਗਾ। ਅੱਡ ਕਰ ਰੀਝੀਏ ਨਾ, ਕਿਸੇ ਨੂੰ ਅਲੱਗ ਕਰਕੇ ਖੁਸ਼ ਨਾ ਹੋਈਏ। ਇੱਕ ਹੋਈਆਂ ਜਿੰਦੀਆਂ ਦੀਆਂ ਹੁੰਦੀਆਂ ਨਹੀਂ ਉਹ ਕੌੜੀਆਂ, ਹੁੰਦੀਆਂ ਨਹੀਂ ਉਹ ਕੌੜੀਆਂ ਮਤਲਬ ਕੌੜੀ ਗਿਣਤੀ ਹੁੰਦੀ ਹੈ, ਇੱਕ 20 ਦੀ ਗਿਣਤੀ ਨੂੰ ਕਿਹਾ ਜਾਂਦਾ ਕੌੜੀ। ਇਹ ਸ਼ਬਦ ਦਾ ਤੁਸੀਂ ਖਾਸ ਧਿਆਨ ਰੱਖਣਾ ਵੀ ਮਤਲਬ ਕੀ ਹੈ ਵੀ ਇੱਥੇ ਇੱਕ ਹੋਈਆਂ ਜਿੰਦੀਆਂ ਦੀਆਂ ਹੁੰਦੀਆਂ ਨਹੀਂ ਉਹ ਕੌੜੀਆਂ। ਵਿੱਥ ਵਾਲੇ ਜੱਗ ਵਿੱਚ ਵਿੱਥਾਂ ਪਈਆਂ ਚੱਪੇ ਚੱਪੇ, ਅੱਡੋ ਅੱਡ ਸਭ ਕੋਈ, ਜੋੜੀਆਂ ਨਹੀਂ ਥੋੜੀਆਂ। ਵਿੱਥਾਂ ਵਾਲੇ ਜੱਗ ਵਿੱਚ, ਇਹ ਜਿਹੜੇ ਜੱਗ ਦੇ ਵਿੱਚ ਕੀ ਹੈ, ਇਸ ਦੁਨੀਆ ਦੇ ਵਿੱਚ ਕੀ ਹੈ ਵੀ ਲੋਕ ਆ ਜਿਹੜੇ ਅੱਡ ਅੱਡ ਹੁੰਦੇ ਆ, ਹੈ ਨਾ। ਕਿਤਨਾ ਮਤਲਬ ਲੋਕਾਂ ਦੇ ਵਿੱਚ ਪ੍ਰੇਮ ਭਾਵਨਾ ਜਿਹੜਾ ਉਹ ਭਾਈਚਾਰਾ ਜਿਹੜਾ ਉਹ ਨਹੀਂ ਰਹਿ ਗਿਆ। ਉਹਦੇ ਵਿੱਚ ਵੀ ਵਿੱਥਾਂ ਪਈਆਂ ਚੱਪੇ ਚੱਪੇ, ਅੱਡੋ ਅੱਡ ਸਭ ਕੋਈ, ਜੋੜੀਆਂ ਨਹੀਂ ਥੋੜੀਆਂ। ਜਿਹੜੇ ਮਿਲ ਜੁਲ ਕੇ ਰਹਿੰਦੇ ਆ ਉਹ ਬਹੁਤ ਥੋੜ੍ਹੇ ਲੋਕ ਆ। ਮਤਲਬ ਕੀ ਹੈ ਕਿ ਡਾਕਟਰ ਭਾਈ ਵੀਰ ਸਿੰਘ ਜੀ ਨੇ ਇਸ ਕਵਿਤਾ ਦੇ ਵਿੱਚ ਆਪਣੇ ਸਿਧਾਂਤ ਨੂੰ ਪੇਸ਼ ਕੀਤਾ ਹੈ, ਜਿਹਦੇ ਵਿੱਚ ਕੀ ਹੈ ਕਿ ਮਤਲਬ ਕੀ ਹੈ ਵੀ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਆ ਵੀ ਜਿਹੜੇ ਇਕੱਠੇ ਰਹਿਣਾ ਚਾਹੁੰਦੇ ਆ। ਸੋ ਇੱਥੇ ਕੀ ਹੈ ਵੀ ਭਾਈ ਵੀਰ ਸਿੰਘ ਜੀ ਨੇ ਇੱਥੇ ਗੱਲ ਕੱਲੀ ਕੀ ਆ ਵੇਲ 'ਤੇ ਨਹੀਂ ਨਿਰਭਰ ਰਹਿਣ ਦਿੱਤੀ, ਉਸ ਨੂੰ ਇੱਕ ਬੰਦੇ ਦੇ ਉੱਪਰ ਨਹੀਂ ਛੱਡਿਆ, ਉਸ ਨੂੰ ਕੀ ਆ ਵੀ ਸਾਰੇ ਸਮਾਜ ਦਾ ਦੁੱਖ ਬਣਾ ਕੇ ਪੇਸ਼ ਕੀਤਾ। ਇਹ ਸਾਰੇ ਸਮਾਜ ਦਾ ਹੀ ਦੁੱਖ ਹੈ ਇੱਕ ਤਰ੍ਹਾਂ ਦਾ, ਇਕੱਲਾ ਵਿਅਕਤੀਗਤ ਨਹੀਂ ਰਹਿ ਗਿਆ, ਇਹ ਸਮਾਜਿਕ ਹੋ ਗਿਆ। ਕਿਉਂਕਿ ਸਮਾਜ ਦੇ ਵਿੱਚ ਇਸ ਤਰ੍ਹਾਂ ਦੀ ਕਈ ਵਾਰੀ ਆ ਜਾਂਦੀ ਹੈ, ਇਸ ਤਰ੍ਹਾਂ ਦੇ ਹਿੰਸਕ ਲੋਕ ਆ, ਇਸ ਤਰ੍ਹਾਂ ਦੇ ਨਿਰਦਈ ਲੋਕ ਆ ਵੀ ਜਿਹੜੇ ਕੀ ਹੈ ਵੀ ਜੋ ਕਿਸੇ ਨਹੀਂ ਚਾਹੁੰਦੇ ਵੀ ਸਮਾਜ ਦੇ ਲੋਕ ਹੈ ਜਿਹੜੇ ਆਪਸ ਦੇ ਵਿੱਚ ਇਕੱਠੇ ਰਹਿਣ। ਉਹਨਾਂ ਵਾਸਤੇ ਆਖਰ ਵਿੱਚ ਸੰਦੇਸ਼ ਦਿੱਤਾ ਭਾਈ ਵੀਰ ਸਿੰਘ ਜੀ ਨੇ, ਵਿੱਥਾ ਮੇਟ ਇੱਕੋ ਹੋਏ ਉਹਨਾਂ ਵੇਖ ਰੀਝਣਾ ਵੇ, ਬਾਹੀਂ ਗਲੇ ਲਿਪਟੀਆਂ ਨਾ ਚਾਹੀਏ ਕਦੇ ਤੋੜੀਆਂ। ਲੋ ਜੀ ਗੱਲਾਂ ਆਪਣੀਆਂ ਕਲੀਅਰ ਹੈ, ਸੌਖੀ ਜੀ ਹੈ। ਜਿਹੜੀ ਗੱਲ ਆਪਾਂ ਨੂੰ ਧਿਆਨ ਰੱਖਣ ਵਾਲੀ ਹੈ ਉਹ ਜਿਹੜੀ ਗੱਲ ਹੋ ਚੁੱਕੀ ਹੈ ਵੀ ਲਹਿਰਾਂ ਦੇ ਹਾਰ ਕਵਿਤਾ ਦੇ ਵਿੱਚੋਂ ਲਈ ਗਈ ਹੈ, ਕੰਬ ਦੀ ਕਲਾਈ। ਅੱਗੇ ਹੈ ਜੀ ਕਾਵ ਰੰਗ ਸੁੰਦਰਤਾ। ਭਾਈ ਵੀਰ ਸਿੰਘ ਜੀ ਨੇ ਆਪਣੀ ਵਿਚਾਰਧਾਰਾ ਨੂੰ ਪੇਸ਼ ਕੀਤਾ ਹੈ, ਜਿਹਦੇ ਵਿੱਚ ਉਹਨਾਂ ਨੇ ਸੁੰਦਰਤਾ ਨੂੰ ਦੈਵੀ ਗੁਣ ਦੱਸਿਆ। ਭਾਈ ਵੀਰ ਸਿੰਘ ਜੀ ਨੇ ਇੱਕ ਤਾਂ ਸੁੰਦਰਤਾ ਹੁੰਦੀ ਹੈ ਭੌਤਿਕ ਸਰੀਰਕ ਸੁੰਦਰਤਾ, ਇੱਕ ਸੁੰਦਰਤਾ ਹੁੰਦੀ ਹੈ ਵੀ ਜਿਹੜੀ ਆਪਾਂ ਮਤਲਬ ਕੀ ਹੈ ਵੀ ਬਹੁਤ ਸਾਰੀਆਂ ਪਾਊਡਰ ਕਰੀਮਾਂ ਲਾ ਲਈਆਂ ਅਤੇ ਉਦੋਂ ਆਪਾਂ ਸੋਹਣੇ ਲੱਗਣ ਲੱਗ ਗਏ, ਉਹ ਸੁੰਦਰਤਾ। ਇੱਕ ਹੁੰਦੀ ਹੈ ਦੈਵੀ ਸੁੰਦਰਤਾ। ਭਾਈ ਵੀਰ ਸਿੰਘ ਜੀ ਨੇ ਸੁੰਦਰਤਾ ਨੂੰ ਦੈਵੀ ਦੀ ਦਾਤ ਕਿਹਾ ਹੈ। ਦੇਵੀ ਨਹੀਂ, ਦੈਵੀ ਮਤਲਬ ਕੀ ਹੈ ਪਰਮਾਤਮਾ ਦੇ ਨਾਲ ਸੰਬੰਧਿਤ, ਵੀ ਪਰਮਾਤਮਾ ਨੇ ਜਿਹਨੂੰ ਸੋਹਣਾ ਬਣਾਇਆ ਜੀ ਉਹਨੂੰ ਸੋਹਣਾ ਬਣਾਇਆ। ਕਹਿਣ ਦਾ ਮਤਲਬ ਹੈ ਵੀ ਸੁੰਦਰਤਾ ਜਿਹੜੀ ਹੈ ਹਿੱਸੇ ਮਤਲਬ ਜਿਹਦੇ ਵੀ ਆਉਂਦੀ ਆ ਉਹਨੂੰ ਪਰਮਾਤਮਾ ਨੇ ਦਿੱਤੀ ਆ, ਉਹਨੂੰ ਕਿਹਾ ਜਾਂਦਾ ਦੈਵੀ ਸੁੰਦਰਤਾ। ਸੁੰਦਰਤਾ ਦੀ ਪ੍ਰਤੀਤੀ ਜਿਸ ਦੇ ਆਵੇਸ਼ ਵਿੱਚ ਕਵੀ ਤੋਂ ਉੱਚ ਕਾਵ ਪ੍ਰਕਾਸ਼ਦਾ ਹੈ। ਇਹ ਕਵੀ ਭਾਈ ਵੀਰ ਸਿੰਘ ਜੀ ਨੇ ਆਪਣੀ ਖੁਦ ਦੇ ਕਾਵ ਸਿਧਾਂਤ ਨੂੰ ਪੇਸ਼ ਕੀਤਾ ਹੈ, ਆਪਣੀ ਕਾਵ ਰਚਨਾ ਬਾਰੇ ਦੱਸਿਆ ਹੈ ਅਤੇ ਉਹਦੇ ਵਿੱਚ ਕੀ ਹੈ ਵੀ ਕਾਵ ਰੰਗ ਸੁੰਦਰਤਾ ਹੈ। ਇਹ ਬੜੀ ਮਤਲਬ ਕੀ ਹੈ ਵੀ ਸ਼ਬਦਾਵਲੀ ਜੀ ਬੜੀ ਹੋਰ ਤਰ੍ਹਾਂ ਦੀ ਵਰਤੀ ਹੈ ਭਾਈ ਵੀਰ ਸਿੰਘ ਜੀ ਨੇ ਇਸ ਕਵਿਤਾ ਦੇ ਵਿੱਚ। ਆਪਾਂ ਸਿਰਫ ਇਹਨੂੰ ਪੜ੍ਹਨਾ ਹੈ, ਹਲਕੀ ਆਪਾਂ ਇਹਦੇ ਵਿੱਚੋਂ ਪੜ੍ਹਨੀ ਹੈ, ਬਾਕੀ ਅਰਥ ਵਗੈਰਾ ਕੋਈ ਏਡੇ ਆਪਣੀ ਪਿੱਛੇ ਬੁੱਕ ਦੇ ਵਿੱਚ ਵੀ ਨਹੀਂ ਦੇ ਰੱਖੇ, ਸੋ ਕੋਈ ਇਸ਼ੂ ਨਹੀਂ ਹੈ। ਦੋ ਚਾਰ ਗੱਲਾਂ ਵੀ ਮੈਂ ਤੁਹਾਨੂੰ ਦੱਸੂੰਗਾ। ਕਵਿਤਾ ਦੀ ਸੁੰਦਰਤਾਈ ਉੱਚੇ ਨਛੱਤਰੀ ਵਸਦੀ। ਗੱਲ ਆਪਾਂ ਉੱਚੇ ਨਛੱਤਰਾਂ ਵਾਲੀ ਗੱਲ ਆਈ ਸੀ ਨਾ ਪਿੱਛੇ ਜਦੋਂ ਭਾਈ ਵੀਰ ਸਿੰਘ ਜੀ ਦੇ ਜੀਵਨ ਬਾਰੇ ਪੜ੍ਹਿਆ ਸੀ। ਆਪਣੇ ਸੰਗੀਤ ਲਹਿਰੇ ਆਪਣੇ ਪ੍ਰਕਾਸ਼ ਲੱਸਦੀ, ਇੱਕ ਸ਼ਾਮ ਨੂੰ ਇਹ ਉੱਥੋਂ ਹੇਠਾਂ ਪਲਵੰਦੀ ਆਈ, ਰਸ ਰੰਗ ਨਾਲ ਕੰਬਦੀ ਸੰਗੀਤ ਥਰ ਥਰਾਈ, ਜਿਉਂ ਤਰੇਲ ਤਾਲ ਪਰੋਤੀ, ਜਿਉਂ ਆਬ ਮੋਤੀਆਂ ਦੀ। ਆਬ ਚਮਕ ਨੂੰ ਕਿਹਾ ਜਾਂਦਾ, ਆਬ ਮੋਤੀਆਂ ਦੀ, ਨਜ਼ਰਾਂ ਦੀ ਤਾਰ ਪਰੋਤੀ, ਨਾਜ਼ੁਕ ਸੁਬਕ ਸੁਹਾਈ,
कोमल गले दे सुर ज्यों चनकार साजदी ज्यों चरनाट रूप वाली तारे डलक ज्यों छाई ज्यों मींड थरके मींड वीणा दी तार नूं कहा जाता है मींड थरके खिंचिया खिच मैं रूह जो कंबी हुसना दे रंग लहरे रस चूम एक चुमाई पंछी उडार वांगू आपे दे खंभ फड़ के एक स्वर सिर नूं आया एक तार सिर चुमाई पुछया साहे सोहनी तू आप सुंदरता है हीरे जवाहरात वांगू टिकदी है क्यों तू नहीं पर्बत खड़े सुहावे झीलां ते बन समुंदर कायम इन्हां दी शोभा कायम रहे है छाई कायम ते दायम आपां पढ़े सी अर्थ पिछे। हाँ बोली ओ थर थरांदी लरजे वजूद वाली बिजली दी कूंद दस तू टिकदी किवें टिकाई लस दे के किरण सूरज लरजे दे देश जावे सुर राग दी थरांदी किसी ने है बन बहाई उल्का आकाश लिशके उल्का पिंड होंदे ना टुटदे तारे चमकार मार खिसके जुस्सा तनुख आकाशी किस ने टिका लाई जुस्सा शरीर नूं कहा जाता साडे नूं जुस्सा चंदो रिशम जो तिलके तारियों जो डलक पलमे दे मटक्का खिसके टिकदी नज़र ना आई चातरक दी प्यार चितवन कोयल दी कूक कहानी चातरक प्यासे नूं कहा जाता है डॉक्टर आप कह दें ना तनीराम चातरक। हाँ चातरक प्यासा कोयल दी कूक कूणी चमकार दे नसावे काबू कदों है आई लरजा लरज दा मतलब होंदा कंबना वतन जिन्हां दा वतन देश नैशन लरजा वजूद उन्हां दा चक्कर अनंत अटकवें उन्हां दी चाल पाई विथा आमणवियां विच सिर चीर दे थरांदे जाचे अनंत चाली चमकां दे ओहन साई चमकार रंग देना रस झूम विच चुमाना एक जिंद छो लानी अटकण नहीं किथाई लरजा वतन जिन्हां दा लरजा वजूद उन्हां दा चोखा अनंत अटकवीं लरजे दे मत्थे लाई। बड़ी शानदार कविता लिखी है भाई वीर सिंह जी ने। कविता नूं देखी जाओ तुसीं थोड़ा जिहा मैं थोड़े अर्थ करदा जाना। हाँ मैं थोड़ा कैमरे तो पासे रह के अर्थ करदा इहदे तुहानूं थोड़ा जिहा इहदे विच देखण च दिक्कत ना आऊगी है ना। हाँ जी देखते आपां भी काव रंग सुंदरता दे विच थल्ले लिखिया है ना ब्रैकेट दे विच सुंदरता दी प्रतीति जिस दे आवेश विच कवि तो उच्च प्रकाश कवि तो उच्च काव प्रकाश दा है। ये की है जी इहदे विच की है इस दे विच क्योंकि भाई वीर सिंह जी ने जिहड़े ओह कविता दे दैवी सिद्धांत दे समर्थक हैं। दैवी सिद्धांत की सीगा भी पहला यूनानी जिहड़े कवि सीगे यूनानी दार्शनिक सीगे वो कहंदे सी भी सुंदरता कोई भौतिक जां सरीरक नहीं हुंदी दैवी हुंदी है। भाई वीर सिंह जी उसे नूं फॉलो कर रहे हैं। सो इस कविता दे विच की है भी भाई वीर सिंह जी ने अपना काव्य सिद्धांत पेश किया है जिहदी शब्दावली थोड़ी जी आपां नूं अजीब जी लगदी है भी जिहदे विच की है भी ये कविता है ना जिहड़ी ये टिकवेंपन दे संकल्प नूं पेश करदी है। एक तां हुंदा टिकना ते एक हुंदा टिकना। अखीर दे विच देखो जी इहदियां पंक्तियां। हाँ आ वेखो अटकण नहीं किथाई टिकवीं टिकवेंपन दे सिद्धांत नूं पेश करदी है। टिकना मतलब हुंदा भी भटकना जिन्हों कह दें टिकवा मतलब जो टिक के ना बैठे उसनों पेश कर दी है। सो ये कविता है थोड़ी जी शब्दावली हार्ड है पर ये सब तो ध्यान जी काम की रखने वाली जी चीज़ है अपनी ध्यान दे रखनी है वो हैगी है भी जी काव रंग सुंदरता कविता है ना जी वो मटक हलारे काव संग्रह के ली गई है। अगली कविता जी वो चश्मा इच्छाबल ते डूंघियां शामा सांझ होई परछावें छुप गए क्यों इच्छा बल तू जारी तय सरोध कर रही उवें ही ते टुरनो भी नहीं हारी न सरोध कर रही उवें ही ते टुरनो भी नहीं हारी। अगे की है जी। हाँ अगे हाँ सैलानी ते पंछी माली हन सब आराम विच आए सहम सवादला छारिया सारे ते कुदरत टिक गई सारी। अगे उत्तर दिता होया सीने खिच जिन्हां ने खाधी वो कर आराम नहीं बहिंदे निव वाले नैणा दी नींदर वो दिने रात पे वहिंदे इक्को लगन लगी लई जांदी है टोर अनंत उन्हां दी वसलों उरे मुकाम ना कोई सो चाल पे नित रहिंदे।
ਸਮੇਂ ਦੀ ਪ੍ਰਕਿਰਤਿਕ ਵਿਸ਼ੇਸ਼ਤਾ ਦੱਸੀ ਹੈ ਭਾਈ ਵੀਰ ਸਿੰਘ ਜੀ ਨੇ ਵੀ ਸਮਾਂ ਜਿਹੜਾ ਉਹ ਟਿਕਦਾ ਨਹੀਂ ਗਾ, ਹੈ ਨਾ, ਸਮਾਂ ਖੜਦਾ ਨਹੀਂ ਕਦੇ। ਆਪਾਂ ਸਮਾਂ ਕਵਿਤਾ ਵੀ ਪੜ੍ਹੀ ਹੈ, ਇਹਦੇ ਵਿੱਚ ਵੀ ਸਮੇਂ ਦੀ ਗੱਲ ਦੱਸੀ ਹੈ। ਹਾਂ, ਇੱਛਾ ਬਲ ਨਾਮ ਦਿੱਤਾ ਹੋਇਆ, ਚਸ਼ਮਾ ਇੱਛਾ ਬਲ। ਇੱਛਾ ਬਲ ਜਿਹੜਾ ਚਸ਼ਮਾ ਹੈ ਇਹ ਕਸ਼ਮੀਰ ਦੇ ਵਿੱਚ ਵਗਦਾ ਇੱਕ ਚਸ਼ਮਾ ਹੈ। ਤੁਹਾਨੂੰ ਪਹਿਲਾਂ ਮੈਂ ਗੱਲ ਦੱਸੀ ਸੀ ਭਾਈ ਵੀਰ ਸਿੰਘ ਜੀ ਹੈ ਜਿਹੜਾ, ਉਹਨਾਂ ਦਾ ਕਸ਼ਮੀਰ ਦੇ ਸੁੰਦਰਤਾ ਦੇ ਨਾਲ ਜ਼ਿਆਦਾ ਪ੍ਰੇਮ ਹੈ। ਸਾਡੀ ਇਸ ਬੁੱਕ ਦੇ ਵਿੱਚ ਲਿਖੀ ਹੋਈ ਹੈ ਇਹ ਗੱਲ ਵੀ ਪੰਜਾਬ ਦੀ ਸੁੰਦਰਤਾ ਨਾਲੋਂ ਕਸ਼ਮੀਰ ਦੀ ਸੁੰਦਰਤਾ ਨਾਲ ਜ਼ਿਆਦਾ ਲਗਾਵ ਹੈ। ਇਸ ਕਰਕੇ ਉਹਨਾਂ ਨੇ ਜਿਹੜਾ ਇੱਛਾ ਬਲ ਨਾਮ ਲਿਆ ਹੈ, ਇਹ ਕਸ਼ਮੀਰ ਦਾ ਇੱਕ ਝਰਨਾ ਹੈ। ਵੀ ਸਾਂਝ ਹੋਈ ਸ਼ਾਮ ਹੋ ਗਈ ਆ, ਪਰਛਾਵੇਂ ਢਲ ਗਏ ਆ, ਹੇ ਇੱਛਾ ਬਲ ਤੂੰ ਕਿਉਂ ਜਾ ਰਹੀ ਹੈ। ਝਰਨੇ ਦੇ ਵਿੱਚ ਪਾਣੀ ਹਮੇਸ਼ਾ ਵਗਦਾ ਰਹਿੰਦਾ। ਭਾਈ ਵੀਰ ਸਿੰਘ ਜੀ ਉਹਨੂੰ ਪ੍ਰਸ਼ਨ ਕਰਦੇ ਆ, ਪ੍ਰਸ਼ਨ ਲਿਖਿਆ ਹੋਇਆ ਵੀ ਤੂੰ ਟਰਨੋਂ ਹਾਰ ਨਹੀਂ ਰਿਹਾ। ਸੈਲਾਨੀ ਮਤਲਬ ਜਿਹੜੇ ਦੇਖਣ ਆ ਰਹੇ ਨੇ ਸੈਲਾਨੀ ਤੇ ਪੰਛੀ ਮਾਲੀ ਜਿਹੜੇ ਉਹ ਸਭ ਆਰਾਮ ਕਰ ਰਹੇ ਨੇ ਸ਼ਾਮ ਦੇ ਸਮੇਂ। ਸਹਿਮ ਸਵਾਦਲਾ, ਇੱਕ ਸਵਾਦ ਵਾਲਾ ਮਿੱਠਾ ਜਿਹਾ ਡਰ ਸਾਰੇ ਪਾਸੇ। ਸ਼ਾਮ ਦੇ ਵੇਲੇ ਡਰ ਲੱਗਦਾ ਕਿ ਨਹੀਂ ਥੋੜ੍ਹਾ, ਸ਼ਾਮ ਦੇ ਸਵਾਦਲਾ ਜਿਹਾ ਡਰ ਜਿਹੜਾ। ਤੇ ਕੁਦਰਤ ਸਾਰੀ ਟਿਕ ਗਈ ਹੈ। ਇਸ ਸਮੇਂ ਕੀ ਹੈ ਵੀ ਝਰਨੇ ਨੂੰ, ਚਸ਼ਮੇ ਨੂੰ ਪ੍ਰਸ਼ਨ ਪੁੱਛਿਆ ਹੈ ਭਾਈ ਵੀਰ ਸਿੰਘ ਜੀ ਨੇ ਵੀ ਤੂੰ ਕਿਉਂ ਜਾ ਰਹੀ ਹੈ। ਅੱਗੋਂ ਚਸ਼ਮਾ ਜਿਹੜਾ ਇੱਛਾ ਬਲ ਹੈ, ਇੱਛਾ ਬਲ ਝਰਨਾ, ਉਹ ਜਵਾਬ ਦੇ ਰਿਹਾ। ਕੀ ਕਹਿੰਦਾ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ। ਜਿਨ੍ਹਾਂ ਦੇ ਸੀਨੇ ਦੇ ਵਿੱਚ ਵਿਛੋੜੇ ਦਾ ਦਰਦ ਹੋਵੇ ਉਹ ਕਦੇ ਵੀ ਆਰਾਮ ਨਾਲ ਨਹੀਂ ਬਹਿ ਸਕਦੇ। ਉਹ ਪਿਆਰ ਵਾਲੇ ਨੈਣਾ ਦੀ ਨੀਂਦਰ ਕਰਕੇ ਉਹ ਦਿਨੇ ਰਾਤ ਹੀ ਵਹਿੰਦੇ ਆ। ਇੱਕੋ ਲਗਨ ਲੱਗੀ ਜਾਂਦੀ ਹੈ ਉਹਨਾਂ ਦੀ, ਟੋਰ ਅਨੰਤ ਹੁੰਦੀ ਹੈ। ਤੋਰ ਤੁਰਨਾ, ਵਸਲੋਂ ਮਤਲਬ, ਵਸਲ ਦਾ ਮਤਲਬ ਹੁੰਦਾ ਮਿਲਾਪ। ਵਸਲੋਂ ਉਰੇ ਮਕਾਮ ਮਤਲਬ ਜਗ੍ਹਾ। ਵਸਲ ਤੋਂ ਪਹਿਲਾਂ ਕੋਈ ਜਗ੍ਹਾ ਨਹੀਂ, ਮਿਲਾਪ ਤੋਂ ਪਹਿਲਾਂ। ਸੋ ਚਾਲ ਪਏ ਨਿਤ ਰਹਿੰਦੇ। ਇਸ ਕਰਕੇ ਅਸੀਂ ਹਮੇਸ਼ਾ ਚੱਲਦੇ ਰਹਿੰਦੇ ਹਾਂ। ਅਣਡਿੱਠਾ ਰਸਦਾਤਾ, ਰਸਦਾਤਾ ਮਤਲਬ ਰਸ ਦੇਣ ਵਾਲਾ। ਅਣਡਿੱਠਾ ਹੁੰਦਾ ਜਿਹਨੂੰ ਕਦੇ ਦੇਖਿਆ ਨਾ ਹੋਵੇ, ਉਹਨੂੰ ਆਪਾਂ ਕਹਿ ਦਿੰਦੇ ਹਾਂ ਅਣਡਿੱਠਾ। ਅਣਡਿੱਠਾ ਰਸਦਾਤਾ। ਹਾਂਜੀ, ਬੁੱਲਾ ਅੱਧ ਖੁੱਲ੍ਹਿਆਂ ਨੂੰ, ਹਾਏ ਮੇਰੇ ਬੁੱਲਾ ਅੱਧ ਮੀਟਿਆਂ ਨੂੰ। ਛੋ ਗਿਆ ਨਹੀਂ ਲੱਗ ਗਿਆ ਨਹੀਂ ਕੌਣ ਕੁਛ ਲਾ ਗਿਆ। ਸਵਾਦ ਨਹੀਂ ਅਗੰਮੀ ਆਇਆ। ਰਸ ਚਰਨਾਟ ਛਿੜੀ, ਲੂਲੂ ਲਹਿਰ ਉੱਠਿਆ ਤੇ ਕਾਂਬਾ ਮਿੱਠਾ ਆ ਗਿਆ। ਹੋਈ ਹਾਂ ਸਵਾਦ ਸਾਰੀ ਆਪੇ ਤੋਂ ਮੈਂ ਆਪ ਵਾਰੀ। ਐਸੀ ਰਸ ਭਰੀ ਹੋਈ ਸਵਾਦ ਸਾਰੇ ਆ ਗਿਆ। ਹਾਏ ਦਾਤਾ ਦਿਸਿਆ ਨਾ, ਸਵਾਦ ਜਿਹਨੇ ਦਿੱਤਾ ਐਸਾ। ਦਿੰਦਾ ਰਸ ਦਾਨ ਦਾਤਾ, ਆਪਾ ਕਿਉਂ ਲੁਕਾ ਗਿਆ। ਰਹੱਸਵਾਦੀ ਕਵਿਤਾ ਹੈ। ਭਾਈ ਵੀਰ ਸਿੰਘ ਜੀ ਨਵ ਰਹੱਸਵਾਦੀ ਕਵੀ ਹੈ, 12ਵੀਂ ਦੀ ਜਮਾਤ ਵਿੱਚ ਦੇ ਰੱਖਿਆ ਹੈ ਨਾ ਇਹ ਗੱਲ। ਇਹ ਰਹੱਸਵਾਦੀ ਕਵੀ ਹੈ। ਇੱਕ ਰਹੱਸ ਰਹਿ ਗਿਆ ਵੀ ਉਸ ਪਰਮਾਤਮਾ ਦੇ ਦਰਸ਼ਨਾਂ ਦੀ ਗੱਲ ਕੀਤੀ ਹੈ ਵੀ ਪਰਮਾਤਮਾ ਦੇ ਦਰਸ਼ਨ, ਉਸ ਪਰਮਾਤਮਾ ਦੀ ਥੋੜ੍ਹੀ ਜਿਹੀ ਝਲਕ ਕਿਵੇਂ ਦੀ ਲੱਗੀ ਮੈਨੂੰ। ਉਦਾਹਰਣ ਸੰਸਾਰਿਕ ਲਏ ਹੈ ਤੇ ਗੱਲ ਅਧਿਆਤਮਿਕਤਾ ਦੀ ਕੀਤੀ ਹੈ। ਬੁੱਲਾਂ ਦਾ ਸੰਬੰਧ ਸਰੀਰ ਦੇ ਨਾਲ ਹੈ, ਭੌਤਿਕਤਾ ਦੇ ਨਾਲ ਹੈ। ਸੋ ਉਦਾਹਰਣ ਹੈ ਜਿਹੜਾ ਉਹ ਭੌਤਿਕ ਵਾਲਾ ਲਿਆ ਗਿਆ। ਗੱਲ ਅਧਿਆਤਮਿਕਤਾ ਦੀ ਕੀਤੀ ਹੈ, ਰਹੱਸਵਾਦ ਦੀ ਗੱਲ ਕੀਤੀ ਹੈ। ਅਧਿਆਤਮਿਕਤਾ ਦੇ ਵਿੱਚ ਅੱਗੇ ਰਹੱਸਵਾਦ। ਅੱਧ ਖੁੱਲੇ ਤੇ ਅੱਧ ਮੀਟੇ ਬੁੱਲਾਂ ਨੂੰ ਕੌਣ ਕੁਛ ਲਾ ਗਿਆ। ਸਵਾਦ ਨਹੀਂ ਅਗੰਮੀ ਆਇਆ। ਅਗੰਮੀ ਮਤਲਬ ਹੁੰਦਾ ਆ ਪਹੁੰਚ, ਜਿੱਥੋਂ ਤੱਕ ਪਹੁੰਚਿਆ ਨਾ ਜਾ ਸਕੇ। ਅਗੰਮ ਪਰਮਾਤਮਾ ਦਾ ਨਾਮ ਹੀ ਹੈ ਨਾ, ਅਗੰਮ, ਅਗੋਚਰ ਆਪਾਂ ਕਹਿ ਦਿੰਦੇ ਹਾਂ। ਰਸ ਚਰਨਾਟ ਛਿੜੀ, ਲੂਲੂ ਲਹਿਰ ਉੱਠਿਆ ਤੇ ਕਾਂਬਾ ਮਿੱਠਾ ਛਾ ਗਿਆ। ਲੂਲੂ ਲਹਿਰ ਉੱਠਿਆ ਅੰਗਰੇਜ਼ੀ ਦੇ ਵਿੱਚ ਕਹਿ ਦਿੰਦੇ ਨੇ, ਗੂਸ ਬੰਪਸ ਖੜੇ ਹੋ ਗਏ। ਹਾਂ, ਉਹ ਆ ਜਿਹੜੇ ਉਹ ਕਾਂਬਾ ਮਿੱਠਾ ਆ ਗਿਆ। ਹੋਈ ਹਾਂ ਸਵਾਦ ਸਾਰੀ ਆਪੇ ਤੋਂ ਮੈਂ ਆਪ ਵਾਰੀ। ਉਸ ਪਰਮਾਤਮਾ ਦੀ ਥੋੜ੍ਹੀ ਜਿਹੀ ਨਜ਼ਰ, ਥੋੜ੍ਹੀ ਜਿਹੀ ਝਲਕ ਮੇਰੇ ਉੱਪਰ ਜਦੋਂ ਪਈ ਤਾਂ ਉਹ ਜਿਹੜਾ ਦਿੱਤਾ ਹੋਇਆ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਇੱਕ ਰਹੱਸਵਾਦੀ ਪ੍ਰਕਿਰਤੀ, ਰਹੱਸਵਾਦੀ ਜਿਹੜਾ ਸਿਧਾਂਤ, ਰਹੱਸਵਾਦੀ ਸਥਿਤੀ ਹੁੰਦੀ ਹੈ ਜਿਹੜੀ, ਉਹ ਇਸ ਤਰ੍ਹਾਂ ਦੀ ਹੁੰਦੀ ਹੈ। ਗੁਰਬਾਣੀ ਦੇ ਵਿੱਚ ਲਿਖਿਆ ਇੱਕ ਜਗ੍ਹਾ 'ਤੇ ਕਿ ਕਹੋ ਕਬੀਰ, ਭਗਤ ਕਬੀਰ ਜੀ ਦੀ ਲਿਖੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਭਗਤ ਕਬੀਰ ਜੀ ਨੇ ਦੱਸਿਆ ਵੀ ਪਰਮਾਤਮਾ ਦੇ ਦਰਸ਼ਨ ਹੈ ਜਿਹੜੇ, ਉਹਦਾ ਸਵਾਦ ਕਿਵੇਂ ਦਾ ਹੁੰਦਾ ਹੈ। ਵੀ ਆਪਾਂ ਜੇ ਗੂੰਗੇ ਬੰਦੇ ਨੂੰ, ਕਿਸੇ ਨੂੰ ਗੂੰਗਾ ਜਿਹੜਾ ਨਹੀਂ ਬੋਲ ਸਕਦਾ, ਉਹਨੂੰ ਆਪਾਂ ਗੁੜ ਖਵਾ ਦਈਏ, ਉਹਨੂੰ ਫਿਰ ਪੁੱਛੀਏ ਵੀ ਹਾਂ ਵੀ ਕਿਵੇਂ ਦਾ ਲੱਗਿਆ ਸਵਾਦ, ਤਾਂ ਉਹ ਫਿਰ ਇਸ਼ਾਰਿਆਂ ਨਾਲ ਹੀ ਦੱਸੂਗਾ ਵੀ ਬੜਾ ਵਧੀਆ ਲੱਗਿਆ ਮੈਨੂੰ, ਜਾਂ ਕਿਵੇਂ ਵੀ, ਹੈ ਨਾ। ਇਸ਼ਾਰਿਆਂ ਤੋਂ ਬਿਨਾਂ ਕੋਈ ਬੋਲ ਕੇ ਨਹੀਂ ਦੱਸ ਸਕਦਾ। ਉਵੇਂ ਹੀ ਕਹਿੰਦੇ ਵੀ ਪਰਮਾਤਮਾ ਦੇ ਦਰਸ਼ਨ। ਇਹ ਪਰਮਾਤਮਾ ਦੇ ਦਰਸ਼ਨਾਂ ਦੀ ਗੱਲ ਕੀਤੀ ਹੈ। ਕਿਤੇ ਐ ਨਾ ਹੋਵੇ ਵੀ ਬੁੱਲਾਂ ਦੀ ਗੱਲ ਸੁਣ ਕੇ ਤੁਸੀਂ ਕਹੋ ਵੀ ਸਰ ਨੇ ਪਤਾ ਨਹੀਂ ਕੀ ਪੜ੍ਹਾਤਾ ਅੱਜ। ਇਸ ਕਰਕੇ ਇਹ ਪਰਮਾਤਮਾ ਦੀ ਗੱਲ ਹੈ, ਇਹਨੂੰ ਪਰਮਾਤਮਾ ਤੱਕ ਹੀ ਰਹਿਣ ਦਿਓ ਕਿਰਪਾ ਕਰਕੇ। ਹਾਂ, ਹਾਏ ਦਾਤਾ ਦਿਸਿਆ ਨਾ ਸਵਾਦ ਜਿਹਨੇ ਦਿੱਤਾ ਐਸਾ। ਦਿੰਦਾ ਰਸ ਦਾਨ ਦਾਤਾ, ਆਪਾ ਕਿਉਂ ਲੁਕਾ ਗਿਆ। ਉਹ ਪਰਮਾਤਮਾ ਆਪਣਾ ਆਪ ਕਿਉਂ ਲੁਕਾ ਗਿਆ, ਉਹ ਦਿਸਿਆ ਕਿਉਂ ਨਹੀਂ ਮੈਨੂੰ ਜਿਹਨੇ ਇਤਨਾ ਸਵਾਦ ਦਿੱਤਾ। ਹਾਂਜੀ, ਅੱਗੇ ਕੀ ਹੈ, ਸਮਾਂ।
ਅੱਗੇ ਇਸਤਰੀ ਦੇ ਰੂਪ ਵਿੱਚ ਆਪਣੇ ਆਪ ਨੂੰ ਪੇਸ਼ ਕੀਤਾ। ਇਹਦਾ ਦੇਖਿਆ ਨਹੀਂ ਓਏ ਕੀ ਲਿਖਿਆ ਆਹ ਬਿਜਲੀਆਂ ਦੇ ਹਾਰ ਲਿਖਿਆ। ਹਾਂ ਬਿਜਲੀਆਂ ਦੇ ਹਾਰ ਅਣਡਿੱਠਾ ਰਸਦਾਤਾ ਜਿਹੜੀ ਉਹ ਬਿਜਲੀਆਂ ਦੇ ਹਾਰ ਕਾਵ ਸੰਗ੍ਰਹਿ ਚੋਂ ਲਈ ਗਈ ਹੈ। ਸਮਾਂ ਵੀ ਬਿਜਲੀਆਂ ਦੇ ਹਾਰ ਵਿੱਚੋਂ ਲਈ ਗਈ ਹੈ। ਰਹੀ ਵਾਸਤੇ ਆ ਠੀਕ ਹੈ ਹੋ ਗਈ ਆਪਣੀ ਗੱਲ ਹੈ ਨਾ। ਇਹ ਤਾਂ ਹੋ ਗਈ। ਗੁਲਾਬ ਦਾ ਫੁੱਲ ਇੱਕ ਤਾਂ ਆਪਾਂ ਉਹ ਪੜ੍ਹੀ ਸੀ ਕਵਿਤਾ ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ ਹੈ ਨਾ। ਇੱਕ ਹੈਗੀ ਹੈ ਗੁਲਾਬ ਦਾ ਫੁੱਲ ਦੋਨੇ ਅੱਡ ਅੱਡ ਹੈ। ਗੁਲਾਬ ਦੇ ਫੁੱਲ ਦਾ ਜੀਵਨ ਕਾਲ ਦੱਸਿਆ। ਗੁਲਾਬ ਦਾ ਫੁੱਲ ਆਪਣਾ ਮਤਲਬ ਕੀ ਹੈ ਇਹਦੇ ਵਿੱਚ ਗੁਲਾਬ ਦੇ ਫੁੱਲ ਦਾ ਮਾਨਵੀਕਰਨ ਕੀਤਾ। ਉਹਨੇ ਆਪਣਾ ਜੀਵਨ ਦੱਸਿਆ। ਧਰਤੀ ਗੋਦ ਬਣਾਏ ਮੈਂ ਇਸ ਵਿੱਚ ਖੇਡਿਆ ਮਿੱਟੀ ਜੜ੍ਹਾਂ ਗਡਾਏ ਮੈਂ ਭੋਜਨ ਖਿੱਚਿਆ ਰਜ ਰਜ ਪੀਤਾ ਨੀਰ ਮੈਂ ਆਡੋਂ ਵਗਦੀਓਂ ਹੋਇਆ ਮੈਂ ਨਮਗੀਰ ਤੇ ਤਰੇਲਾਂ ਚੱਖੀਆਂ ਬੱਦਲ ਅਰਸ਼ੋਂ ਸੱਦ ਮੈਂ ਪਾਣੀ ਖਿੱਚਿਆ ਨਾਤਾ ਮੈਂ ਰਜ ਰਜ ਤੇ ਨਹਾਣਾ ਨਿਖਰਿਆ ਸੂਰਜ ਪਾਸੋਂ ਧੂ ਮੈਂ ਕਿਰਨਾਂ ਲੀਤੀਆਂ ਨਿੱਘੀ ਕੀਤੀ ਰੂਹ ਮੈਂ ਵਧਿਆ ਮੈਂ ਲਿਆ ਚਾਨਣ ਤੋਂ ਨਿੱਘ ਕੱਢ ਮੈਂ ਲੀਤਾ ਧੁੱਪ ਤੋਂ ਲਈ ਆਪ ਵਿੱਚ ਗੱਡ ਉਹ ਮਾਨੋ ਧੁੱਪ ਮੈਂ ਤਾਣ ਚਾਨਣੀ ਸਾਲ ਮੈਂ ਸੁੱਤਾ ਰਾਤ ਨੂੰ ਤਾਣ ਕੇ ਮਤਲਬ ਕੀ ਹੈ ਚਾਨਣੀ ਦੀ ਜਿਹੜੀ ਹੁੰਦੀ ਹੈ ਰਾਤ ਦੀ ਉਹਨੂੰ ਡਲਕ ਤਾਰਿਆਂ ਨਾਲ ਮੈਂ ਲਾਈਆਂ ਲੋਰੀਆਂ ਡਲਕ ਤਾਰਿਆਂ ਨਾਲ ਮੈਂ ਲਈਆਂ ਲੋਰੀਆਂ। ਅੱਗੇ ਕੀ ਹੈ ਆਹਾ ਹਨੇਰਾ ਲਿਆ ਬਿਠਾਲ ਮੈਂ ਪਹਿਰੇਦਾਰ ਸੀ ਮੇਰਾ ਪਹਿਰੇਦਾਰ ਕੌਣ ਹਨੇਰਾ। ਇਹ ਸਾਰੀਆਂ ਚੇਤੇ ਰੱਖਿਓ ਗੁਲਾਬ ਦੇ ਫੁੱਲ ਬਾਰੇ। ਕੋਈ ਨਾ ਦੇ ਉਠਾਲ ਮੈਂ ਰਾਤੀ ਸੁੱਤਿਆਂ ਜੋ ਕੁਝ ਮੇਰੇ ਹਾਲ ਸੀ ਮੈਨੂੰ ਸੌਂਜਿਆ ਆਪੇ ਵਿੱਚ ਬਿਠਾਲ ਮੈਂ ਆਪਾ ਪਾਲਿਆ ਪਲ ਪਲ ਰੰਗ ਜਮਾਏ ਮੈਂ ਭਰੀਆਂ ਡੋਡੀਆਂ ਖੇੜੇ ਲਾਈਆਂ ਡੋਡੀਆਂ ਖੇੜੇ ਲਿਆਏ ਮੈਂ ਸਾਰਾ ਖਿੜ ਪਿਆ ਸਹਿਕਿਆ ਮੁਸ਼ਕ ਸਚਾਈ ਤੇ ਲਪਟਾਂ ਛੱਡੀਆਂ ਤੇ ਹੁਣ ਜਦ ਲਪਟ ਬਹਾਏ ਮੈਂ ਡੁੱਲ ਡੁੱਲ ਪੈ ਰਿਹਾ ਖੇੜਿਆਂ ਨਾਲ ਭਰਾ ਮੈਂ ਝੋਲੀਆਂ ਅੱਡੀਆਂ ਅਣਹੋਂਦਾ ਆਪ ਵੰਡਾਏ ਮੈਂ ਵੰਡਿਆ ਜਾ ਰਿਹਾ। ਲੋ ਜੀ ਬੜਾ ਸ਼ਾਨਦਾਰ ਦਿੱਤਾ ਬਿਜਲੀਆਂ ਦੇ ਹਾਰ। ਗੁਲਾਬ ਦਾ ਫੁੱਲ ਆਪਣੇ ਬਾਰੇ ਦੱਸਦਾ ਵੀ ਮੈਂ ਕੀ ਕੀਤਾ। ਪਹਿਲਾਂ ਧਰਤੀ ਦੀ ਗੋਦ ਵਿੱਚ ਬਣਾ ਕੇ ਮੈਂ ਉਹਦੇ ਵਿੱਚ ਖੇਡਿਆ। ਧਿਆਨ ਰੱਖਿਓ ਪਹਿਲਾਂ ਵੀ ਗੁਲਾਬ ਦੇ ਫੁੱਲ ਨੇ ਗੋਦ ਕਿਹਨੂੰ ਬਣਾਇਆ ਜੀ ਧਰਤੀ ਨੂੰ। ਮਿੱਟੀ ਜੜ੍ਹਾਂ ਗਡਾਏ ਮੈਂ ਭੋਜਨ ਖਿੱਚਿਆ ਭੋਜਨ ਕਿੱਥੋਂ ਮਿੱਟੀ ਦੇ ਵਿੱਚੋਂ। ਮੈਂ ਰਜ ਰਜ ਪੀਤਾ ਨੀਰ ਮੈਂ ਆਡੋਂ ਵਗਦੀਓਂ। ਹੁਣ ਆਡੋਂ ਦਾ ਮੈਨੂੰ ਪਤਾ ਨਹੀਂ ਗਾ ਇੱਥੇ ਅਰਥ ਨਹੀਂ ਪਤਾ ਗਾ ਪਰ ਮੈਂ ਤੁਹਾਨੂੰ ਦੱਸ ਦਿੰਦਾ। ਇੱਕ ਵਾਰੀ ਰੀਟ ਦੇ ਵਿੱਚ ਕੀ ਹੋਇਆ ਵੀ ਪੇਪਰ ਆ ਗਿਆ ਉਹਦੇ ਵਿੱਚ ਕੀ ਹੋਇਆ ਵੀ ਡਾਕਟਰ ਭਾਈ ਵੀਰ ਸਿੰਘ ਜੀ ਦੀ ਕਵਿਤਾ ਆ ਗਈ ਸ਼ਾਇਦ 2015 ਦੇ ਵਿੱਚ ਆਈ ਸੀਗੀ ਲੈਵਲ ਫਸਟ ਦੇ ਵਿੱਚ। ਤਾਂ ਉਹਦੇ ਵਿੱਚ ਕੀ ਸੀਗਾ ਵੀ ਉਹ ਆ ਗਈ ਸੀਗੀ ਵੀ ਖੂਹ ਗਿੜਦਾ ਹੈ ਦਿਨ ਰਾਤ ਮੀਆਂ ਟਿੰਡਾਂ ਅੰਧਕਾਰ 'ਚੋਂ ਉੱਭਰਦੀਆਂ ਟਿੰਡਾਂ 'ਚੋਂ ਕਿਰੇ ਪ੍ਰਭਾਤ ਮੀਆਂ। ਉਹਦੇ ਵਿੱਚ ਇਹ ਸ਼ਬਦ ਦੇ ਰੱਖਿਆ ਸੀ ਆਡੋ ਆਡ ਹੈ ਨਾ। ਤੁਸੀਂ ਦੇਖਿਆ ਹੋਵੇਗਾ ਹੁਣ ਤਾਂ ਕੀ ਦੇਖਣਾ ਖੈਰ ਕਿਸੇ ਨੇ। ਅੱਜ ਕੱਲ੍ਹ ਤਾਂ ਖੂਹ ਦੇ ਵਿੱਚ ਮੱਛੀ ਮੋਟਰਾਂ ਲੱਗੀਆਂ ਹੋਈਆਂ ਵੱਡੀਆਂ ਮੋਟਰਾਂ ਲੋਕਾਂ ਨੇ ਸਿੱਟੀਆਂ ਟਿਊਬਵੈੱਲ ਲੱਗੇ ਹੋਏ ਆ ਕੋਈ ਇਸ਼ੂ ਨਹੀਂ। ਪਹਿਲਾਂ ਕੀ ਹੁੰਦਾ ਸੀਗਾ ਖੂਹ ਦੇ ਉੱਪਰ ਇੱਕ ਚੱਕਰ ਹੁੰਦਾ ਸੀ ਵੱਡਾ ਸਾਰਾ ਉਹਦੇ ਕੀ ਹੁੰਦਾ ਸੀਗਾ ਟਿੰਡਾਂ ਹੁੰਦੀਆਂ ਸੀ ਉਹਦੇ ਪੀਪੇ ਜੇ ਸੀਗੇ ਪੀਪੇ ਹੁੰਦੇ ਸੀ ਪਹਿਲਾਂ ਮਿੱਟੀ ਦੇ ਸੀ ਅੱਜ ਕੱਲ੍ਹ ਸਟੀਲ ਦੇ ਆ ਗਏ ਫਰਕ ਪੈ ਗਿਆ। ਸਟੀਲ ਦੇ ਜਾਂ ਲੋਹੇ ਦੇ ਕਿਸੇ ਵੀ ਤਰ੍ਹਾਂ ਦੇ ਨਾਲ ਹੌਲੀ ਹੌਲੀ ਜਿਵੇਂ ਮੰਨ ਲਓ ਕੋਈ ਵਿਰਸਾ ਸੰਭਾਲਦੇ ਆ ਲੋਕ ਉਹ ਕੀ ਕਰਦੇ ਆ ਵੀ ਉਹਨਾਂ ਨੇ ਆਪਣੇ ਹਿਸਾਬ ਨਾਲ ਉਹਨੂੰ ਆਪਣੇ ਖੇਤ ਵਗੈਰਾ ਦੇ ਵਿੱਚ ਜਿਹੜੇ ਕੋਈ ਬਾਹਲੇ ਸ਼ੌਕੀਨ ਬੰਦੇ ਆ ਉਹਨਾਂ ਨੇ ਕਰ ਰੱਖਿਆ ਸਿਸਟਮ। ਨਹੀਂ ਤਾਂ ਅੱਜ ਕੱਲ੍ਹ ਤਾਂ ਟਿਊਬਵੈੱਲ ਚੱਲਦੇ ਆ। ਸੋ ਉਹ ਕੀ ਸੀ ਉਹ ਗਿੜਦਾ ਹੁੰਦਾ ਸੀਗਾ ਖੂਹ ਗਿੜਦਾ ਹੈ ਦਿਨ ਰਾਤ ਮੀਆਂ ਟਿੰਡਾਂ ਅੰਧਕਾਰ 'ਚੋਂ ਉੱਭਰਦੀਆਂ ਟਿੰਡਾਂ 'ਚੋਂ ਕਿਰੇ ਪ੍ਰਭਾਤ ਮੀਆਂ। ਸੋ ਉਹ ਕੀ ਸੀ ਵੀ ਉਹ ਟਿੰਡਾਂ ਉਹਨੂੰ ਕਹਿੰਦੇ ਆ ਵੀ ਉਹ ਜਿਹੜੇ ਲੱਗੇ ਹੋਏ ਸੀਗੇ ਡੱਬੇ ਜੇ ਉਹ ਡੱਬੇ ਕੀ ਹੁੰਦੇ ਸੀਗੇ ਅੰਧਕਾਰ ਮਤਲਬ ਥੱਲੇ ਜਾ ਕੇ ਪਾਣੀ ਦੇ ਭਰ ਕੇ ਵਾਪਸ ਉੱਪਰ ਆਉਂਦੇ ਸੀਗੇ। ਅੱਗੇ ਆਡਾਂ ਬਣੀਆਂ ਹੁੰਦੀਆਂ ਸੀਗੀਆਂ ਆਡਾਂ ਕਹਿ ਲਓ ਵੀ ਤੁਸੀਂ ਕਿਆਰੀਆਂ ਬਣੀਆਂ ਹੁੰਦੀਆਂ ਸੀਗੀਆਂ ਆਡੋ ਆਡ ਕਿਆਰੇ ਵਿੱਚ। ਉਸ ਤੋਂ ਬਾਅਦ ਉਹ ਆਡਾਂ ਦੇ ਵਿੱਚ ਪਾਣੀ ਉਹ ਟਿੰਡਾਂ ਜਿਹੜੀਆਂ ਉਹ ਸਿੱਟਦੀਆਂ ਜਾਂਦੀਆਂ ਸੀ ਉਸ ਤੋਂ ਅੱਗੇ ਪਾਣੀ ਖੇਤਾਂ ਨੂੰ ਲੱਗਦਾ ਹੁੰਦਾ ਸੀਗਾ। ਇਸ ਤਰ੍ਹਾਂ ਕਰਕੇ ਸਿੰਚਾਈ ਦੀ ਵਿਧੀ ਸੀ ਇੱਕ। ਸੋ ਇੱਥੇ ਸ਼ਬਦ ਹੈ ਜਿਹੜਾ ਆਇਆ ਵੀ ਰਜ ਰਜ ਪੀਤਾ ਨੀਰ ਮੈਂ ਆਡੋਂ ਵਗਦੀਓਂ ਉਹ ਜਿਹੜੀ ਆਡ ਵਗਦੀ 'ਚੋਂ ਮੈਂ ਪਾਣੀ ਪੀਤਾ ਹੋਇਆ ਮੈਂ ਨਮਗੀਰ ਤਰੇਲਾਂ ਚੱਖੀਆਂ ਬੱਦਲ ਅਰਸ਼ੋਂ ਸੱਦ ਮੈਂ ਪਾਣੀ ਖਿੱਚਿਆ ਨਾਤਾ ਮੈਂ ਰਜ ਰਜ ਤੇ ਨਹਾਣਾ ਨਿਖਰਿਆ। ਇਹਦੇ ਵਿੱਚ ਤੁਸੀਂ ਸੋਚਦੇ ਹੋਵੋਗੇ ਛੰਦ ਕਿਹੜਾ ਆਈ ਜਾਂਦਾ ਕਿਉਂਕਿ ਨਾ ਕੋਈ ਮੂੰਹ ਸਿਰ ਮੱਥਾ ਇਹਦਾ ਬਣ ਨਹੀਂ ਰਿਹਾ ਹੈ ਨਾ। ਇਹਦੇ ਵਿੱਚ ਤੁਸੀਂ ਧਿਆਨ ਰੱਖਣਾ ਇਹਦੇ ਵਿੱਚ ਛੰਦ ਆ ਰਿਹਾ ਸਿਰਖੰਡੀ। ਹੁਣ ਸੁਣ ਲਿਓ ਤੁਸੀਂ ਸਿਰਖੰਡੀ ਛੰਦ ਹੈ ਇਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਸਿਰਖੰਡੀ ਛੰਦ ਦੀ ਜਿਹੜੀ ਪਹਿਚਾਣ ਉਹ ਹੈ ਵੀ ਵਿਚਾਲੇ ਉਹਦਾ ਵਿਸ਼ਰਾਮ ਦਿੱਤਾ ਹੁੰਦਾ ਜਿਹੜਾ ਅੰਤ ਵਿਚਾਲੇ ਕੀ ਹੁੰਦਾ ਤੁਕ ਜਿਹੜੀ ਹੁੰਦੀ ਹੈ ਤੁਕ ਦਾ ਆਪਸ ਦੇ ਵਿੱਚ ਜਿਹੜਾ ਮੇਲ ਹੁੰਦਾ ਉਹ ਵਿਚਾਲੇ ਹੁੰਦਾ। ਕਿਰਨਾਂ ਲੀਤੀਆਂ ਸੂਰਜ ਦੇ ਪਾਸੋਂ ਨਿੱਘੀ ਕੀਤੀ ਰੂਹ ਮੈਂ ਵਧਿਆ ਮੇਲਿਆ ਚਾਨਣ ਤੋਂ ਨਿੱਘ ਕੱਢ ਮੈਂ ਲੀਤਾ ਧੁੱਪ ਤੋਂ। ਠੀਕ ਹੈ ਨੋਰਮਲ ਜੀ ਗੱਲ ਹੈ
हाँ जी हाँ जी, अगे की है, हाँ आ देखो, नेरा लिया बिठाल मैं पहरेदार सी। सो गुलाब दे फुੱਲ ਦਾ पहरेदार कौन सीगा? हनेरा सीगा। ध्यान रखियो प्रश्न। मैनू संजिया आपे विच बिठाल मैं आपा पालिया, पल पल रंग जमाए मैं भरियां डोडियां। ਉਹ ਜਿਹੜੀਆਂ ਡੋਡੀਆਂ ਜੀਆਂ ਲੱਗਦੀਆਂ ਉਸ ਤੋਂ ਬਾਅਦ ਉਹਨਾਂ ਦੇ ਉੱਪਰ ਫੁੱਲ ਖਿੜ ਜਾਂਦਾ ਹੈ ਨਾ। ਜਿਹੜੀ ਫੁੱਲ ਖਿੜਨ ਤੋਂ ਪਹਿਲਾਂ ਦੀ ਅਵਸਥਾ ਹੁੰਦੀ ਹੈ ਉਸ ਨੂੰ ਡੋਡੀ ਕਿਹਾ ਜਾਂਦਾ ਹੈ। ਹਾਂ, ਪਲ ਪਲ ਰੰਗ ਜਮਾਏ, ਠੀਕ ਹੈ। ਸਹਿਕਿਆ ਮੁਸ਼ਕ ਸਚਾਈ ਤੇ ਲਪਟਾਂ ਛੱਡੀਆਂ। ਮੁਸ਼ਕ ਮਤਲਬ ਕੀ ਹੈ? ਸੁਗੰਧ ਜਿਹੜੀ ਉਸ ਦੀ ਮਤਲਬ ਕੀ ਹੈ? ਕਹਿ ਰਿਹਾ ਗੁਲਾਬ ਦਾ ਫੁੱਲ ਕਿ ਮੇਰੀ ਗੁਲਾਬ ਦੇ ਫੁੱਲ ਦਾ ਮਾਨਵੀਕਰਨ ਕੀਤਾ ਹੈ ਇਹਦੇ ਵਿੱਚ, ਕਿ ਮੇਰੇ 'ਚੋਂ ਸੁਗੰਧੀ ਆ ਰਹੀ ਹੈ। मैं झोलियां अड्डियां अणहोंदा आप वंडाई मैं वंडिया जा रहा। ये है जी बिजलियां दे हार कविता चो ली गई है। अगली है जी कंब दी कलाई है। अगली कविता साडी, सुपने विच तुसी मिले असानू असा धाग लवकड़ी पाई। निरा नूर तुसी हथ ना आए साडी कंब दी रही कलाई। धा चरना ते सीस नवाया साडे मत्थे छो ना पाई। तुसी उच्चे असी नीवें सा साडी पेश ना गईया काई। कोई पेश ना जानी एक मुहावरा है, मतलब कोई वस ना चलना। फिर लड़ फड़ने नूं उठ दौड़े पर लड़ ओ बिजली लहरा। उड़दा जांदा पर ओ अपनी छू सानू गया लाई। मिट्टी चमक पई यह मोई ते तुसी लूआं विच लिशके। बिजली कूंद गई थर्रांदी हुण चका चौंध है छाई। एकदम बिजली लिशकदी है, उस तो बाद चका चौंध छा जाती है, अखां दे सामने एकदम हनेरा। सो ये है जिहड़ी कंब दी कलाई कविता है, ये मटक हुलारे काव्य संग्रह दे विचों लई गई है। अपना सब तो इंपोर्टेंट प्रश्न है। इहदे विच भी रहस्यवाद की गल कीती है। जिवें आपां इस कविता तो एक पिछे कविता पढ़ी सीगी अनडिठा रसदाता। अनडिठा रसदाता विच रहस्यवादी सीगा भी परमात्मा का दर्शन, परमात्मा का थोड़ा जिहा दर्शन किवें, मतलब की है भी एक रहस्यवाद है। उस तो बाद भी इस कविता दे विच भी है कंब दी कलाई की गल कीती है। कलाई आपां गुੱਟ नूं कह दिंदे आ। सुपने विच तुसीं सानू मिले, हे परमात्मा असां तुहानूं धा के गलवकड़ी पाई। गले मिलना गलवकड़ी पाउणा। हाँ, निरा नूर तुसी हथ ना आए पर तुसी निरा चानण, तुसी हथ ना आए साडी कंब दी रही कलाई। ठीक है, नॉर्मल है ना अर्थ दे। हाँ, अगली कविता गोदावरी गीत। जदों कलगियां वाले ने उस विच चरण कमल पाए। गोदावरी नदी दे विच जदों गुरु गोबिंद सिंह जी ने अपने पैर पाए सीगे, उस सीन नूं लैके, उस दृश्य नूं लैके डॉक्टर भाई वीर सिंह जी ने कविता लिखी है। गोदावरी का गीत श्री गुरु गोबिंद सिंह जी के नाल संबंधित है। हाँ जी, टेक नी मैं चरण पर सबौरा नी। थरर थरर कोई छिड़ी खिरन है। लर्ज गए मेरे पानी। चरण चरण रस भिंडड़ी छुट पई। कंब उठी ज्यों कानी। चमक चमक लहरां विच लिशकी। बिजली ज्यों थर्रानी। उस तो बाद की होया, मतलब गोदावरी नदी दे विच की दृश्य बनिया, उहदे बारे कविता लिखी गई है। हाँ जी, चमक चमक लहरां विच लिशकी। बिजली ज्यों थर्रानी। अस्त अलसती झूमन झूमी प्रेम लटक लटकानी। जोगी जति तपी सिद्ध परसे परस परस पछतानी। परस चरण नित खुश्क रही मैं रस बिन उमर बिहानी। कौन सखी अज छू गया सानू जी दान दा दानी। जी दान दा दानी कौन छू गया? गुरु गोबिंद सिंह जी। अगे दिता होना है। हाँ, नीविया तो नीवी मैं वर्गी बाणी अर्श दी रानी। किसने किसने प्यारी, ये लिखा होया, अच्छा समझ नहीं लग रहा है ना इहदा की दिता हो। प्रीत तार खिंचानी। हाँ ठीक है, किसने प्यारी अणी या चोभी प्रीत तार खिंचानी। लहरां दे हार कविता दे विचों लई गई है। गोदावरी का गीत है जिहड़ी कविता, यह बुक मैनूं लगदा नवीं मंगाउणी पैणी है जिहड़े हिसाब नाल हाल है इहदे। हाँ, कलगियां वाले ने वो गोदावरी दे विच जिहड़े मतलब कि अपने जदों चरण कमल पाए तो वो जिहड़ा दृश्य है वो लिखिया होया। सो ठीक है, कोई इशू नहीं है ना। सब तो मेन है जिहड़ी अपनी गल वो ये है कि अपनी गल है जिहड़ी वो ध्यान रखने वाली यह गल है भी गोदावरी का गीत है, जिहड़ी गोदावरी गीत कविता है वो श्री गुरु गोबिंद सिंह जी के नाल संबंधित है। लहरां दे हार काव्य संग्रह चों लई गई है। अचन चेती का झलका। अचन चेती मतलब चाणचक, अचानक कोई गल हो जानी। तिलक गई मेरे हाथ दी पूणी। चुप हो गई कुकेंदड़ी चरखी। अरशां दा चंद जमी आ खलोता। सूरत गई मैथों निरखी न परखी। कंब गई मेरे नैना दी ज्योति। जिंद गई जिंद विच करखी। दर्श समावा के दर्शन माणा। लहर चढ़े एक लहर ते हरखी।
ਲਓ ਜੀ, ਇਹ ਮੇਰੇ ਸਾਈਆਂ ਜੀਓ ਕਵਿਤਾ ਵਿੱਚੋਂ ਇੱਕਮਾਤਰ ਹੀ ਕਵਿਤਾ ਲਈ ਗਈ ਹੈ। ਮੇਰੇ ਸਾਈਆਂ ਜੀਓ ਕਾਵਿ ਸੰਗ੍ਰਹਿ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ, ਜੋ ਕਿਸੇ ਭਾਰਤੀ ਮਤਲਬ ਕੀ ਹੈ, ਜੋ ਕਿਸੇ ਪੰਜਾਬੀ ਸਾਹਿਤ ਰਚਨਾ ਨੂੰ ਮਿਲਣ ਵਾਲਾ ਪਹਿਲਾ ਪੁਰਸਕਾਰ ਸੀਗਾ। ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਇਹਨੂੰ ਮਿਲਿਆ ਸੀ ਮੇਰੇ ਸਾਈਆਂ ਜੀਓ ਨੂੰ 1953 ਦੇ ਵਿੱਚ, 1953। ਅਚਨਚੇਤੀ ਦਾ ਝਲਕਾ ਉਸ ਦੇ ਵਿੱਚ ਕਵਿਤਾ ਦੇ ਵਿੱਚ ਹੈ। ਰਹੱਸਵਾਦੀ ਪ੍ਰਵਰਤੀ ਹੈ ਵੀ ਚਾਣਚੱਕ ਕਿਸੇ ਦਾ ਝਲਕਾ ਪੈਣਾ, ਕਿਸੇ ਦਾ ਅਚਾਨਚੱਕ ਸਾਹਮਣੇ ਆ ਜਾਣਾ। ਪਰਮਾਤਮਾ ਦੀ ਗੱਲ ਕੀਤੀ ਹੈ, ਰਹੱਸਵਾਦੀ ਪ੍ਰਵਰਤੀ ਦੀ ਗੱਲ ਕੀਤੀ ਹੈ। ਲਓ ਜੀ, ਇਹ ਸਾਡਾ ਭਾਈ ਵੀਰ ਸਿੰਘ ਜੀ ਖਤਮ। ਉਸ ਤੋਂ ਬਾਅਦ ਮੇਰੇ ਜਿਹੜੇ ਨੋਟਸ ਆ ਉਹਨਾਂ ਦੇ ਵਿੱਚੋਂ ਆਪਾਂ ਭਾਈ ਵੀਰ ਸਿੰਘ ਜੀ ਦਾ ਇੱਕ ਚੈਪਟਰ ਹੋਰ ਪੜ੍ਹਦੇ ਹਾਂ ਜੀ। ਮਿਲਦੇ ਹਾਂ ਜੀ ਜਲਦੀ। ਸਤਿ ਸ੍ਰੀ ਅਕਾਲ।